ਤੁਸੀਂ ਇਹਨੇ ਘੱਟ ਟਾਈਮ और ਇਹਨੇ ਘੱਟ ਸ਼ਾਰਟ ਨੋਟਿਸ ਤੇ ਇੱਥੇ ਆਉਣ ਦੀ ਕਿਰਪਾਲਤਾ ਕੀਤੀ। ਸਾਡੀ ਜਿਹੜੀ ਲੜਾਈ ਹੈ ਉਹ ਸਿਰਫ ਔਰ ਸਿਰਫ ਇੱਕੋ ਮਕਸਦ ਨਾਲ ਹੈ ਕਿ ਅਸੀਂ ਗੁਰੂ ਘਰਾਂ 'ਚੋਂ ਕਰਪਸ਼ਨ ਖਤਮ ਕਰਨੀ ਹੈ ਔਰ ਆਪਣੇ ਸਕੂਲ ਬਚਾਉਣੇ ਔਰ ਉਹਨਾਂ ਵਾਸਤੇ ਚੰਗੇ ਲੋਕ ਅੱਗੇ ਆਉਣ। ਇਸ ਲੜਾਈ ਦੀ ਮੁਹਿੰਮ ਦੀ ਸ਼ੁਰੂਆਤ ਸਾਡੇ ਕੌਮੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਜਿਨ੍ਹਾਂ ਨੂੰ ਮੈਂ ਕਦੀ ਵੀ ਸਾਬਕਾ ਜਥੇਦਾਰ ਕਹਿੰਦਾ ਮੇਰਾ ਮਨ ਨਹੀਂ ਮੰਨਦਾ, ਕਿਉਂਕਿ ਇਹਨਾਂ ਤੋਂ ਬਾਅਦ ਜਿਹਨੇ ਜਥੇਦਾਰ ਆਏ ਨੇ ਉਹ ਤਨਖਾਹ 'ਤੇ ਆਏ ਨੇ, ਇਹਨਾਂ ਨੇ ਅੱਜ ਤੱਕ 10 ਪੈਸੇ ਵੀ ਨਹੀਂ ਲਏ। ਸੋ ਇਹਨਾਂ ਦਾ ਜਿਹੜਾ ਜੀਵਨ ਹੈ ਉਹੀ ਸਾਡਾ ਸੋਰਸ ਆਫ ਇੰਸਪੀਰੇਸ਼ਨ ਹੈ। ਉਸੇ ਸੋਰਸ ਤੋਂ ਚੱਲਦੇ ਹੋਏ ਸਾਡੀ ਜਿਹੜੀ ਪੂਰੀ ਸੋਚ ਹੈ, ਇਸ ਵਾਸਤੇ ਅਸੀਂ ਇਹਨੂੰ ਪਾਰਟੀ ਦਾ ਨਾਮ ਨਾ ਦੇ ਕੇ ਪੰਥਕ ਅਕਾਲੀ ਲਹਿਰ ਦਾ ਨਾਮ ਦਿੱਤਾ। ਔਰ ਲਹਿਰਾਂ ਜਿਹੜੀਆਂ ਹੁੰਦੀਆਂ ਨੇ ਉਹੀ ਕੌਮਾਂ ਔਰ ਕੌਮਾਂ ਦਾ ਫਿਊਚਰ ਬਦਲਦੀਆਂ ਨੇ। ਸਾਰੇ ਕੀਰਤੀ ਸਿੱਖ ਨੇ, ਕੰਮ ਕਰਨ ਵਾਲੇ ਸਿੱਖ ਨੇ, ਜਿਹੜੇ ਆਪ ਪੈਸਾ ਕਮਾਉਂਦੇ ਨੇ, ਆਪਣੀ ਮਿਹਨਤ ਕਰਦੇ ਨੇ, ਨੌਕਰੀਆਂ ਕਰਦੇ ਨੇ, ਇੰਜੀਨੀਅਰਸ ਨੇ, ਚਾਰਟਰਡ ਅਕਾਊਂਟੈਂਟਸ ਨੇ, MBAs ਨੇ, ਕੁਆਲੀਫਾਈਡ ਲੋਕ ਨੇ ਔਰ ਤਜਰਬਾ ਔਰ ਯੂਥ ਦਾ ਔਰ ਕੁਆਲੀਫਿਕੇਸ਼ਨ ਦਾ ਐਕਸਪੀਰੀਅੰਸ ਹੈ। ਇਹ ਸਾਰੀ ਸੋਚ ਨੂੰ ਨਾਲ ਲੈ ਕੇ ਅਸੀਂ ਤੁਰੇ ਹਾਂ। ਔਰ ਹੁਣ ਮੈਂ ਆਪ ਜੀ ਦਾ ਫਿਰ ਸਵਾਗਤ ਕਰਦੇ ਹੋਏ ਆਪਣੇ ਕੌਮੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਪਹਿਲੇ ਉਹ ਸਿੰਬਲ ਨੂੰ ਜਿਹੜਾ ਸਾਨੂੰ ਕੱਲ੍ਹ ਅਲਾਟ ਹੋਇਆ ਉਹ ਆਪ ਜੀ ਦੇ ਸਾਹਮਣੇ ਸਮੂਹ ਕਰ ਦਈਏ, ਫਿਰ ਆਪਾਂ ਆਪਣੇ ਯੂਥ ਦੀ ਟੀਮ ਦੀ ਅਨਾਉਂਸਮੈਂਟ ਕਰਾਂਗੇ। ਜਿਵੇਂ ਕਿ ਆਪ ਜਾਣਦੇ ਹੋ, ਦੁਨੀਆ ਰੋਸ਼ਨ ਕਰਨ ਲਈ ਜਦ ਬੱਤੀ ਵੀ ਗਈ ਹੋਏ ਤਾਂ ਸਾਨੂੰ ਮੋਮਬੱਤੀ ਦੀ ਬੜੀ ਲੋੜ ਪੈਂਦੀ ਹੈ। ਔਰ ਇਹ ਕਰੋਨਾ ਕਾਲ ਵਿੱਚ ਤੇ ਖਾਸ ਤੌਰ ਤੇ ਸਾਰਿਆਂ ਨੇ ਬਹੁਤ ਮੋਮਬੱਤੀਆਂ ਖਰੀਦੀਆਂ ਨੇ। ਸੋ ਇਹ ਸਾਡਾ ਸਿੰਬਲ ਜਿਹੜਾ ਹੈ ਉਹ ਕੌਮ ਨੂੰ ਦੁਬਾਰਾ ਜਗਾਉਣ ਵਾਲੀ ਇਹ ਮੋਮਬੱਤੀ ਹੈ ਕਿ ਦੁਬਾਰਾ ਜਾਗੀਏ। ਔਰ ਕਈ ਵਾਰੀ ਕਹਿੰਦੇ ਆ ਨਾ ਕਿ ਰੇਲਵੇ ਸਟੇਸ਼ਨ ਤੇ ਜੇ ਲਾਈਟ ਗਈ ਹੋਏ ਇੱਕ ਮੋਮਬੱਤੀ ਵੱਡੇ ਐਕਸੀਡੈਂਟ ਨੂੰ ਰੋਕਦੀ। ਅਸੀਂ ਛੋਟੇ ਹੁੰਦੇ ਬਚਪਨ 'ਚ ਕਿਤਾਬ 'ਚ ਕਹਾਣੀ ਵੀ ਪੜ੍ਹੀ ਸੀ ਰਾਸ਼ਟਰ ਭਾਰਤੀ 'ਚ। ਸੋ ਇਹ ਉਹ ਮੋਮਬੱਤੀ ਹੈ ਜਿਹਦੇ ਸਹਾਰੇ, ਜਿਹਦੀ ਲੋ ਤੁਸੀਂ ਹੋ, ਤੁਹਾਡੀਆਂ ਸੋਚਾਂ ਨੇ ਉਸ ਮੋਮ ਦਾ ਕੰਮ ਦੇਣਾ ਤਾਂ ਕਿ ਇਹ ਸਾਡੀ ਰੋਸ਼ਨੀ ਚਲਦੀ ਰਹੇ। ਸਾਡਾ ਟੀਚਾ ਬਹੁਤ ਕਲੀਅਰ ਹੈ, ਉਹ ਹੈ ਗੁਰਦੁਆਰਾ ਸਾਹਿਬ ਤੋਂ ਕਰਪਸ਼ਨ ਖਤਮ ਕਰਨੀ ਤਾਂ ਕਿ ਸਾਡੇ ਬੱਚੇ ਸ਼ਰਮਿੰਦੇ ਨਾ ਹੋਣ, ਤਾਂ ਕਿ ਸਾਡੇ ਬੱਚੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਾਣ ਵੇਲੇ ਸ਼ਰਮਿੰਦੇ ਨਾ ਹੋਣ, ਤਾਂ ਕਿ ਸਾਡੇ ਹਸਪਤਾਲ ਖੰਡਰ ਨਾ ਬਣਨ। ਅਰਬਾਂ ਕਰੋੜਾਂ ਰੁਪਏ ਦੀ ਜਾਇਦਾਦਾਂ ਅੱਜ ਰੁਲ ਰਹੀਆਂ ਨੇ। ਇਸ ਸਾਰੇ ਟੀਚੇ ਨੂੰ ਅੱਗੇ ਰੱਖਦੇ ਹੋਏ ਅਸੀਂ ਹੁਣ ਯੂਥ ਦੀ ਟੀਮ ਅਨਾਉਂਸ ਕਰਾਂਗੇ। ਯੂਥ ਤੋਂ ਬਿਨਾਂ ਕੋਈ ਚੇਂਜ ਨਹੀਂ ਆਇਆ ਦੁਨੀਆ 'ਚ। ਹਿੰਦੁਸਤਾਨ ਦੀ ਜੇ ਆਜ਼ਾਦੀ ਵੀ ਆਈ ਹੈ ਉਹਨੂੰ ਸ਼ਹੀਦ ਭਗਤ ਸਿੰਘ ਜੀ ਲੈ ਕੇ ਆਏ ਨੇ। ਅੱਜ 55 ਦੀ ਲੋੜ ਘੱਟ ਹੈ ਤੇ 55 ਦੀ ਲੋੜ ਜ਼ਿਆਦਾ ਹੈ। ਤੇ ਆਪ ਜੀ ਸਾਰਿਆਂ ਦਾ ਬਹੁਤ ਸਵਾਗਤ ਹੈ। ਤੇ ਹੁਣ ਮੈਂ ਜਥੇਦਾਰ ਜੀ ਨੂੰ ਕਹਾਂਗਾ ਕਿ ਪਹਿਲੇ ਆਪ ਜੀ ਨਾਲ ਮੁਖਾਤਿਬ ਹੋਣ, ਉਸ ਤੋਂ ਬਾਅਦ ਯੂਥ ਟੀਮ ਅਨਾਉਂਸ ਕਰਨ, ਫਿਰ ਆਪ ਜੀ ਦੇ ਅਸੀਂ ਸਵਾਲ ਲੈ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਟੀਮ ਅਨਾਉਂਸ ਕਰਦੇ ਹਾਂ। ਹਾਂਜੀ, ਆਪ ਜੀ ਸਾਰਿਆਂ ਦੇ ਨਾਲ ਅਸੀਂ ਯੂਥ ਦੀ ਟੀਮ ਅਨਾਉਂਸ ਕਰਨ ਲੱਗੇ ਹਾਂ। ਸਭ ਤੋਂ ਪਹਿਲੇ ਸਰਦਾਰ ਹਰਪ੍ਰੀਤ ਸਿੰਘ ਜੀ ਪੰਥਕ ਅਕਾਲੀ ਲਹਿਰ ਦੇ ਦਿੱਲੀ ਸਟੇਟ ਦੇ ਯੂਥ ਵਿੰਗ ਦੇ ਪ੍ਰਧਾਨ ਥਾਪੇ ਜਾਂਦੇ ਨੇ। ਇਹਨਾਂ ਬਾਰੇ ਦੱਸਣਾ ਇਸ ਵਾਸਤੇ ਜ਼ਰੂਰੀ ਹੈ ਕਿ ਇਹ ਮੈਸੇਜ ਕੀ ਜਾਏਗਾ। ਇਹ ਕੀਰਤੀ ਸਿੱਖ ਨੇ, ਮਲਟੀਨੈਸ਼ਨਲ ਕੰਪਨੀ ਚਲਾਉਂਦੇ ਨੇ। ਇਹਨਾਂ ਦਾ ਇੰਡੀਆ 'ਚ, ਅਮਰੀਕਾ 'ਚ ਵੀ ਆਪਣੇ ਬਿਜ਼ਨਸਿਸ ਨੇ ਔਰ ਯੂਥ ਨੂੰ ਟ੍ਰੇਨਿੰਗ ਵੀ ਦਿੰਦੇ ਨੇ। ਬ੍ਰਦਰਸ ਦੇ ਨਾਂ ਤੋਂ ਇਹਨਾਂ ਨੇ NGO ਚਲਾਈ ਔਰ ਬਹੁਤ ਗਰੀਬ ਬੱਚਿਆਂ ਦੀ, ਲੋੜਵੰਦ ਬੱਚਿਆਂ ਦੀ ਐਜੂਕੇਸ਼ਨ ਔਰ ਮੈਡੀਕਲ ਦਾ ਖਰਚਾ ਚੁੱਕਦੇ ਰਹੇ ਨੇ। ਇਹ ਨੇ ਸਾਡੇ ਹਰਪ੍ਰੀਤ ਸਿੰਘ ਜੀ, ਪੰਥਕ ਅਕਾਲੀ ਲਹਿਰ ਯੂਥ ਦੇ ਪ੍ਰਧਾਨ। ਇਹਨਾਂ ਨੂੰ ਤੁਹਾਡੇ ਆਸ਼ੀਰਵਾਦ ਦੀ ਸਾਰਿਆਂ ਦੀ ਬਹੁਤ ਲੋੜ ਹੈ ਔਰ ਤੁਹਾਡੀ ਗਾਈਡੈਂਸ ਦੀ ਬਹੁਤ ਲੋੜ ਹੈ। ਅੱਜ ਦੂਜਾ ਨਾਮ ਜਿਹੜਾ ਆਪ ਜੀ ਦੇ ਅੱਗੇ ਅਸੀਂ ਰੱਖ ਰਹੇ ਹਾਂ ਉਹਦਾ ਨਾਮ ਹੈ CA ਅੰਗਦਪਾਲ ਸਿੰਘ ਜੀ। ਕੁਆਲੀਫਿਕੇਸ਼ਨ ਤੋਂ ਚਾਰਟਰਡ ਅਕਾਊਂਟੈਂਟ ਔਰ ਪ੍ਰਾਈਮ ਵਰਗੀ ਆਰਗੇਨਾਈਜੇਸ਼ਨ ਤੇ ਇਹ ਬਹੁਤ ਸੇਵਾ ਨਿਭਾ ਰਹੇ ਨੇ, ਜਿਨ੍ਹਾਂ ਨੇ
ट्राई विच रहिंदियां होया और होर काफ़ी बच्चों को पढ़ाते रहे ने, अकाउंटिंग पढ़ाते रहे ने और बच्चों का एक स्किल सैट डिवेलप किया। अज ये बच्चे इन्हों का पढ़ाया होया बच्चा ही मेरे को मेरे ऑफिस ही मेरे नाल काम कर रहे हैं। सो ये शो करता है कि ये इंप्लॉयमेंट वाल ध्यान देंगे ने, वो एजुकेशन देना चाहते हैं जिथे बच्चे सिर्फ डिग्रियां लैके सड़कों के ना रुलन। इस सेवा को निभाते हुए इन्होंने 5 साल हो गए ने। इन्हों का बहुत बहुत स्वागत है। ये ने साडे सी अंगदपाल सिंह जी मीत प्रधान। बोले सो निहाल। साडे दूजे मीत प्रधान ने मनदीप सिंह चटवाल, जिहड़ा दा तारुफ इन्ना ही बहुत है कि हर समाजिक गतिविधियां हर काम च कौम नू अगे ले जाने वास्ते मैनूं याद है कि जिहड़ा अर्जेंटीना दा जिन्हों असी पीनट किंग कहने हैं, वो फार्मर नू भी इन्होंने इंडिया काफ़ी लोगों इंट्रोड्यूस किया ताकि लोगों तक ये मैसेज आए कि हिंदुस्तान का फार्मर, सिख फार्मर अर्जेंटीना जाके पीनट यानी मूंगफली उगा के उत्थे दा राजा बन सकता है। सो ये साडे दूजे मीत प्रधान ने मनदीप सिंह चटवाल। बोले सो निहाल। जम्मू की धरती तो जिथे इन्ने योद्धा पैदा होए ने, अज साडे विच फ्लाइट कैंसल होने करके नहीं पहुंच सके। पंथिक अकाली लहर यूथ के जनरल सकत्तर ने सरदार जसमीत सिंह जी, जेड़े पहले भी सेवा निभा रहे ने गुरुद्वारा साहब के प्रधानगी की और एक अच्छा गुरसिख जीवन निभा रहे हैं। जब वो वापस आ जाएंगे आप जी सारिਆਂ ਨੂੰ उन्होंने नाल दोबारा इंट्रोड्यूस कराया जाएगा, क्योंकि वो फ्लाइट कैंसल होगी इस करके नहीं आ सके। उन्होंने अपनी माफ़ी भी भेजी है। बोले सो निहाल। पंथिक अकाली लहर दिल्ली स्टेट यूथ विंग के जॉइंट सकत्तर ने सरदार रमिंदर सिंह जी, जेड़े पटेल नगर रहंदे ने, काफ़ी सालों तो सेवा निभा रहे हैं। गुरसिखी जीवन है, इन्हां दी अपनी कोशिश होंदी है कि इलाके के अंदर खास तौर पर दिल्ली की संगतां दी बढ़ चढ़ के सेवा कर सकन। सरदार रमिंदर सिंह जी जॉइंट सकत्तर। बोले सो निहाल। इस तो बाद जी पिछली बार भी मैं कहना चाहता सी, इस सारे प्रोग्राम नूं जिहड़ा उलीकिया गया उहदे विच बहुत ज़्यादा मेहनत और साडी वीडियो टीम ऑडियो टीम भी बनी है, जिहड़ी अगे तुहाडे कोल सलाहां लैंदी रहेगी, खास तौर पर मीडिया कोल। उन्होंने सरदार हरलीन सिंह जी देख रहे हैं। साडी आने वाले टाइम के अंदर इतिहास नाल जुड़ी जिहड़ी टीम है, जिहड़ी ये दस्सिया करेगी कि सिख नूं इतिहास तो की सोध लैनी है, किवें असीं बच्चों नूं इतिहास पढ़ा सकीए। साडे मीत प्रधान सरदार तजिंदर सिंह जी गोया। सरदार मनमीत सिंह जी जो खुद यूके तो पढ़ के आए ने। मैं गल्लां इस वास्ते दस रहा कि इत्थे कोई वो नहीं हाज़र होया कि जिहदे कोल चलो कोई काम नहीं, चलो जी गुरुद्वारा साहब दे विच शामिल हो जाइए, अज वेले बैठे हैं जी एक पार्टी बना ली। ऐसा कोई नहीं है। सब कीर्ति सिख ने, सारे 2-2 घंटे 3-3 घंटे अपना रोज़गार, क्योंकि असीं घर भी चलाने ने, गुरु नानक साहब का हुक्म भी मनना है कि असीं गृहस्थ भी संभालनी है। सरदार मनमीत सिंह जी कैनेडा के अंदर एक यूनिवर्सिटी नूं रिप्रेजेंट करते हैं, बहुत मेहनत करते हैं, मास्टर्स की हुई है, यूके दे पढ़े हुए ने और हमेशा सेवा विच 24 घंटे हाजिर ने। अगे भी अज जी असीं प्रेस कॉन्फ्रेंस देख रहे हैं, उहदे विच इन्हां दा बहुत वड्डी मेहनत का हाथ है और सारिਆਂ नाल राबता रखते हैं। राती 11-11 12-12 बजे पिछे 2 सिख मुंडियां दे अटैक होया, जमुना पार ये पहुंचे ने 2 दिन पहले। किसान अंदोलन ते ये जिहड़ी सारी टीम देख रहे हो, साडे कौमी प्रधान जथेदार रणजीत सिंह जी ने जो उत्थों ट्रालियां भेजियां ने कि सेवा करो, तो दिल्ली यूनिट भी दुध तो लैके, शवारियां तो लैके, टूथब्रश तो लैके, अंडर गारमेंट्स तो लैके, रजाइयां तो लैके, तरपाल तो लैके, बल्कि एग्जाम्पल दे रहे हैं कि 16 फुट बाय 180 फुट की तरपाल चाहिए सी, वो बनवाई सरदार मनमीत सिंह होना ने सारी रात जाके, ताकि साडे उत्थे जिहड़े किसान वीर ने पूरे मुल्क तो आए हुए ने, वो उत्थे ठंड दे विच अपने आप को बचा सकन, ताकि उस तो बच सकन। ये ने सरदार मनमीत सिंह जी। बोले सो निहाल। सरदार मलकिंदर सिंह जी साडी कमेटी के मीत प्रधान,
ਦਿੱਲੀ ਸਟੇਟ ਦੇ। ਇਹਨਾਂ ਦਾ ਜੀਵਨ ਆਪ ਜੀ ਤੋਂ ਛੁਪਿਆ ਨਹੀਂ ਹੈ। 3 ਟਰਮਸ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਨਿਭਾ ਰਹੇ ਨੇ ਔਰ ਸੇਵਾ ਵੀ ਉਸ ਤਰ੍ਹਾਂ ਨਿਭਾ ਰਹੇ ਨੇ ਕਿ ਕੋਈ ਚੋਰ ਕੋਈ ਡਕੈਤ ਆਵੇ, ਇਹ ਗੱਲ ਮੈਂ ਦੁਬਾਰਾ ਕਹਿ ਰਿਹਾ, ਕੋਈ ਚੋਰ ਕੋਈ ਡਕੈਤ ਆਏ, ਇਹਨਾਂ ਨੇ ਪਹਿਰਾ ਦਿੱਤਾ ਹੈ ਜਿੰਨਾ ਇਹ ਦੇ ਸਕੇ ਕਿ ਗੋਲਕ ਨੂੰ ਇਹ ਬਚਾ ਸਕਣ। ਸਰਦਾਰ ਮਲਕਿੰਦਰ ਸਿੰਘ ਜੀ। ਬੋਲੇ ਸੋ ਨਿਹਾਲ। ਹੁਣ ਮੈਂ ਆਪਣੇ ਕੌਮੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪ ਨਾਲ ਮੁਖਾਤਿਬ ਹੋਣ। ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬੜੀ ਖੁਸ਼ੀ ਅੱਜ ਮੈਂ ਮਹਿਸੂਸ ਕਰਦਾ ਕਿ ਮੈਨੂੰ ਦਿੱਲੀ ਦੇ ਵਿੱਚ ਬੈਠ ਕੇ ਕਰੋ ਮਾਈਕ ਤੇ ਬੈਠੋ ਵੀਰੋ, ਸਾਰੇ ਬੈਠੋ। ਠੀਕ ਹੋ ਗਿਆ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਤੁਹਾਨੂੰ ਦੱਸਣ 'ਚ ਮਹਿਸੂਸ ਕਰ ਰਿਹਾ ਮੈਂ ਕਿ ਦਿੱਲੀ ਦੇ ਵਿੱਚ ਜਿਹੋ ਜਿਹੀ ਮੈਨੂੰ ਟੀਮ ਚਾਹੀਦੀ ਸੀ ਉਹ ਮੈਨੂੰ ਮਿਲ ਗਈ ਆ। ਅਸੀਂ ਥੋੜ੍ਹੇ ਸਮੇਂ ਦੇ ਵਿੱਚ ਹੀ ਹਰੇਕ ਹਲਕੇ ਦੇ ਮੇਨ ਸਿੱਖਾਂ ਕੋਲ ਪਹੁੰਚ ਕਰਕੇ ਤੇ ਤੋਰ ਅੰਦਰ ਤੱਕ ਫੀਲਡ ਦਾ ਵਿਸ਼ਾਲ ਦਾਇਰਾ ਕਰਕੇ ਪੂਰੀ ਜਾਣਕਾਰੀ ਦੇਵਾਂਗੇ ਸਿੱਖਾਂ ਨੂੰ ਕਿ ਸਾਡੇ ਗੁਰੂ ਘਰ ਕੀ ਸੀ ਤੇ ਕੀ ਬਣਾ ਦਿੱਤੇ ਗਏ, ਗੁਰੂ ਘਰਾਂ ਦੀਆਂ ਜਾਇਦਾਦਾਂ ਕੀ ਸੀ ਤੇ ਅੱਜ ਕੀ ਬਣ ਗਈਆਂ, ਗੁਰੂ ਘਰ ਦੀ ਐਜੂਕੇਸ਼ਨ ਦੇ ਸਿਸਟਮ ਕੀ ਸੀ ਤੇ ਅੱਜ ਕਿਹੋ ਜਿਹੇ ਬਣ ਗਏ, ਗੁਰੂ ਘਰ ਦੀ ਗੋਲਕ 'ਚੋਂ ਕਿਸੇ ਬੱਚੇ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਕਿਸੇ ਬੱਚੇ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ, ਕਿਸੇ ਲੋੜਵੰਦ ਬੀਬੀ ਦਾ ਗੁਰੂ ਘਰ ਆਸਰਾ ਨਹੀਂ ਬਣ ਰਿਹਾ, ਕਿਸੇ ਵੀ ਬਿਮਾਰ ਦਾ ਮਜਬੂਰ ਦਾ ਇਲਾਜ ਨਹੀਂ ਹੋ ਰਿਹਾ ਗੁਰੂ ਘਰ ਦੇ ਨਿਜ਼ਾਮ ਦੇ ਵਿੱਚੋਂ। ਤਾਂ ਅਸੀਂ ਗੁਰੂ ਘਰ ਦੇ ਸਿਸਟਮ ਦੇ ਵਿੱਚ ਰਹਿ ਕੇ ਜਿਹੜੇ ਗੁਰੂ ਘਰ ਦੇ ਪਰਉਪਕਾਰ ਅਤੇ ਸਿਧਾਂਤਾਂ ਦਾ ਇਹ ਸਿਸਟਮ ਸੀ, ਸਾਡਾ ਮਿਸ਼ਨ ਸੀ, ਉਹ ਮਿਸ਼ਨ ਦੇ ਵਿੱਚ ਜਿਹੜੀ ਸਾਡੀ ਸਵਾਰਥੀ ਅਤੇ ਖੁਦਗਰਜ਼ ਅਤੇ ਵਪਾਰੀ ਲੀਡਰਸ਼ਿਪ ਨੇ ਸਾਰੀ ਨੇ ਕਬਜ਼ਾ ਕਰਕੇ ਪੰਜਾਬ ਅਤੇ ਦਿੱਲੀ ਦੇ ਵਿੱਚ ਸਾਨੂੰ ਬਰਬਾਦ ਕੀਤਾ, ਉਹਨਾਂ ਬਾਰੇ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਅਤੇ ਇਹ ਵੀ ਦੱਸਾਂਗੇ ਕਿ ਅਸੀਂ ਜੇ ਤੁਸੀਂ ਸਾਡੇ 'ਤੇ ਯਕੀਨ ਕਰਦੇ ਹੋ ਤਾਂ ਅਸੀਂ ਕੀ ਕਰਾਂਗੇ। ਇਹਦੇ ਲਈ ਇਹ ਜ਼ਰੂਰਤ ਹੁੰਦੀ ਆ ਸਾਧਨਾਂ ਦੀ, ਤਾਂ ਸਾਧਨ ਸਾਡੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਅੱਜ ਮੁਕੰਮਲ ਹੋ ਗਏ ਨੇ। ਸਭ ਤੋਂ ਵੱਡਾ ਸਾਧਨ ਜਿਹੜਾ ਉਹ ਸਾਡੇ ਨੌਜਵਾਨ ਬੱਚੇ ਨੇ, ਨੌਜਵਾਨ ਵੀਰ ਨੇ ਜਿਹੜੇ ਆਪਣੇ ਭਵਿੱਖ ਨੂੰ ਸਵਾਰਨ ਲਈ ਸਾਡਾ ਸਹਿਯੋਗ ਦੇਣਗੇ, ਉਹ ਸਾਨੂੰ ਅੱਜ ਮਿਲ ਚੁੱਕੇ ਨੇ। ਤਾਂ ਅਸੀਂ ਬਹੁਤ ਜਲਦ, ਇੱਕ ਤਾਂ ਕਰੋਨਾ ਕਰਕੇ ਨਹੀਂ ਜ਼ਿਆਦਾ ਫੈਲ ਪਾਏ ਜਾਂ ਨਹੀਂ ਜ਼ਿਆਦਾ ਮੀਟਿੰਗਾਂ ਕਰ ਪਾਏ ਮਹੱਲਿਆਂ 'ਚ ਜਾ ਕੇ, ਅਤੇ ਇੱਕ ਕਿਸਾਨ ਅੰਦੋਲਨ ਕਰਕੇ ਵੀ ਅਸੀਂ ਥੋੜ੍ਹਾ ਜਿਹਾ ਢਿੱਲੇ ਪੈ ਗਏ, ਅਤੇ ਕਿਉਂਕਿ ਉੱਧਰ ਵੀ ਸਾਡੀ ਹਾਜ਼ਰੀ ਬੜੀ ਜ਼ਰੂਰੀ ਆ। ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਥੋੜ੍ਹੇ ਦਿਨਾਂ 'ਚ ਕਿਸਾਨ ਅੰਦੋਲਨ ਵੀ ਕਿਸੇ ਸਿਰੇ ਲੱਗੂਗਾ। ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਉਹ ਪੇਨ ਲੈ ਕੇ, ਅਤੇ ਇਹ ਜਿਹੜੇ ਬੜੇ ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਹ 'ਤੇ ਤੁਰ ਕੇ ਘਰੋਂ ਬੇਘਰ ਹੋ ਕੇ ਅਤੇ ਇਹ ਸਰਦੀ ਦੇ ਵਿੱਚ ਬੈਠੇ ਨੇ ਕਿਸਾਨ, ਬਜ਼ੁਰਗ, ਬੀਬੀਆਂ, ਇਹਨਾਂ ਨੂੰ ਆਪਣੇ ਦੇਸ਼ ਦੇ ਨਾਗਰਿਕ ਸਮਝ ਕੇ ਬੜੀ ਜਲਦੀ ਨਿਪਟਾਉਣਗੇ। ਇਹ ਉਹਨਾਂ ਦੀ ਚਿੰਤਾ ਨੂੰ ਦੂਰ ਕਰਨਗੇ, ਸਰਕਾਰ ਦੂਰ ਕਰੂਗੀ, ਅਤੇ ਅਸੀਂ ਸੁਖੀ ਵਸਾਂਗੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਚੰਗੇ ਮਾਹੌਲ ਦੇ ਵਿੱਚ ਅਸੀਂ ਆਪਣੇ ਧਰਮ ਨੂੰ ਸੰਭਾਲਣ ਲਈ ਕੋਸ਼ਿਸ਼ਾਂ ਕਰਦੇ ਸੀ, ਉਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਫਿਰ ਕਰਾਂਗੇ। ਤੋ ਅਸੀਂ ਜੋ ਕੁਛ ਵੀ ਕਰਾਂਗੇ ਤੁਹਾਡੀ ਨਿਗਾਹ ਦੇ ਵਿੱਚ ਹੋਊਗਾ ਅਤੇ ਪਾਰਦਰਸ਼ਤਾ ਦੇ ਨਾਲ ਹੋਊਗਾ। ਕਿਤੇ ਵੀ ਗੁਰੂ ਘਰ ਨਾਲ ਨਾ ਧਰੋਹ ਕੀਤਾ ਅਤੇ ਨਾ ਬਰਦਾਸ਼ਤ ਕੀਤਾ ਅਤੇ ਨਾ ਅਸੀਂ ਆਪ ਕਰਾਂਗੇ। ਸਾਡੇ ਗੁਰੂ ਘਰ ਦੇ ਨਾਲ ਜਿਹੜੀ ਵਫਾ ਆ ਉਹ ਤਕਰੀਬਨ ਤੁਸੀਂ 30-40 ਸਾਲ ਤੋਂ ਸਾਡਾ ਨਾਂ ਸੁਣ ਰਹੇ ਹੋ, ਮੈਨੂੰ ਦੇਖ ਰਹੇ ਹੋ। ਮੈਂ ਕਦੀ ਲਾਲਚ ਨਹੀਂ ਕੀਤਾ ਪ੍ਰਧਾਨਗੀਆਂ ਦਾ ਜਾਂ ਮੈਂਬਰੀਆਂ ਦਾ ਜਾਂ ਚੌਧਰੀ ਬਣ ਕੇ ਗੁਰੂ ਘਰ ਦੀ ਗੋਲਕ 'ਤੇ ਕਬਜ਼ਾ ਕਰਨ ਦਾ। ਅਸੀਂ ਤਾਂ ਕੋਸ਼ਿਸ਼ ਕੀਤੀ ਹੈ ਕਿ ਚੰਗੇ ਸਿੱਖ ਅੱਗੇ ਆਉਣ, ਪੜ੍ਹੇ ਲਿਖੇ ਸਿੱਖ ਅੱਗੇ ਆਉਣ, ਉਹ ਗੁਰੂ ਘਰ ਦੀ ਸੇਵਾ ਕਰਨ। ਸਾਡੇ ਕੋਲ ਬੜੇ ਵੱਡੇ ਸਿੱਖ ਬੈਠੇ ਨੇ, ਡਾਕਟਰ ਇੰਦਰਜੀਤ ਸਿੰਘ ਵਰਗੇ, ਜਿਨ੍ਹਾਂ ਨੇ ਪੰਜਾਬ ਸਿੰਧ ਬੈਂਕ ਬਣਾਈ ਅਤੇ ਉਹਦੇ ਵਿੱਚ ਨਾਮ ਨਾ ਖੱਟਿਆ, ਤੁਹਾਡੇ ਪੈਸੇ ਨਾਲ ਤੁਹਾਨੂੰ ਹੀ ਨੌਕਰੀਆਂ ਦਿੱਤੀਆਂ, ਤੁਹਾਡੀ ਹੀ ਸੇਵਾ ਕੀਤੀ, ਨਾਲ ਗੁਰੂ ਘਰ ਦੀ ਵੀ ਬੜੀ ਸੇਵਾ ਕੀਤੀ, ਅਤੇ ਖਾਸ ਕਰਕੇ ਉਹਨਾਂ ਦੀ ਸੇਵਾ ਜਿਹੜੀ ਆ
ਉਹ ਅੱਜ ਵੀ ਦਿਸਦੀ ਪਈ ਆ। ਜਦੋਂ ਵੀ ਪੰਜਾਬ ਐਂਡ ਸਿੰਧ ਬੈਂਕ ਭਾਵੇਂ ਉਹਦਾ ਨੈਸ਼ਨਲੀਕਰਨ ਹੋ ਗਿਆ, ਸਰਕਾਰੀਕਰਨ ਹੋ ਗਿਆ, ਉਹਦੇ ਬਾਵਜੂਦ ਵੀ ਉਹਦਾ ਜਿਹੜਾ ਚੇਅਰਮੈਨ ਹੈ ਉਹ ਸਿੱਖ ਹੀ ਬਣਦਾ। ਉਹ 'ਚੋਂ ਅੱਜ ਸਾਨੂੰ ਸਿੱਖ ਕੈਲੰਡਰ ਮਿਲਦਾ। ਇੱਕ ਉਸ ਸ਼ਖਸ ਨੇ ਬੜੀ ਦੂਰਅੰਦੇਸ਼ੀ ਨਾਲ 18,000 ਸਿੱਖ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ। ਅਸੀਂ ਇਹੋ ਜਿਹੇ ਸਿੱਖਾਂ ਨੂੰ ਇਹ ਜਿਹੜਾ ਕੁਦਰਤੀ ਖਜ਼ਾਨਾ, ਕੁਦਰਤੀ ਸਰਕਾਰ ਗੁਰੂ ਨਾਨਕ ਸਾਹਿਬ ਦੀ, ਉਹ ਤੋਂ ਦੂਰ ਕਰਕੇ ਤੇ ਅਸੀਂ ਇੱਕ ਧੜੇਬਾਜ਼ੀਆਂ ਦੇ ਵਿੱਚ ਪੈ ਕੇ ਤੇ ਆਪਣੇ ਆਪ ਨੂੰ ਵੀ ਖੁਆਰ ਕੀਤਾ ਤੇ ਆਪਣੇ ਬੱਚਿਆਂ ਦਾ ਭਵਿੱਖ ਵੀ ਖਰਾਬ ਕੀਤਾ। ਅੱਜ ਸਾਡੀ ਪੰਜਾਬ ਹੋਵੇ, ਹਰਿਆਣਾ ਹੋਵੇ, ਦਿੱਲੀ ਹੋਵੇ ਜਾਂ ਕਿਸੇ ਵੀ ਪੰਜਾਬ ਤੋਂ ਬਾਹਰ ਸਟੇਟਾਂ ਦੇ ਵਿੱਚ ਸਿੱਖ ਹੋਣ, ਬੱਚੇ ਹੋਣ, ਉਹਨਾਂ ਨੂੰ ਇਹ ਗੁਰੂ ਘਰ ਦੀ ਐਡੀ ਵੱਡੀ ਸਰਕਾਰ ਦਾ ਕੋਈ ਆਸਰਾ ਨਹੀਂ ਮਿਲਿਆ। ਬਲਕਿ ਸਾਡੇ ਕੋਲ ਤਾਂ ਇੱਕ ਹਜੂਰ ਸਾਹਿਬ, ਇੱਕ ਪਟਨਾ ਸਾਹਿਬ, ਇੱਕ ਦਿੱਲੀ ਪ੍ਰਬੰਧਕ ਕਮੇਟੀ, ਇੱਕ ਪੰਜਾਬ ਦੀ SGPC, ਇੱਕ ਜੰਮੂ ਕਸ਼ਮੀਰ ਦੀ, ਇੱਕ ਪਾਉਂਟਾ ਸਾਹਿਬ ਦੀ, ਇੱਕ ਹੇਮਕੁੰਟ ਸਾਹਿਬ ਦੀ, ਇਹਨਾਂ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਕਮੇਟੀ। ਇਹ ਤਾਂ ਇੰਨਾ ਵੱਡਾ ਖਜ਼ਾਨਾ, ਐਡਾ ਵੱਡਾ ਦਸਵੰਧ ਸਿੱਖ ਕੌਮ ਦਾ ਇਹਨਾਂ ਕੋਲ ਆ ਰਿਹਾ, ਲੇਕਿਨ ਇਹ ਕਿੱਥੇ ਲੱਗ ਰਿਹਾ ਇਹ ਅੱਜ ਤੱਕ ਸਾਨੂੰ RTI ਪਾ ਕੇ ਪਤਾ ਕਰ ਲਓ ਤਾਂ ਨਹੀਂ ਮਿਲਦਾ। ਗੁਰੂ ਘਰ ਦੀਆਂ ਜ਼ਮੀਨਾਂ ਕਿੱਥੇ ਜਾ ਰਹੀਆਂ ਇਹ RTI ਪਾ ਕੇ ਪਤਾ ਕਰ ਲਓ ਤਾਂ ਨਹੀਂ ਪਤਾ ਲੱਗਦਾ। ਇੱਥੇ ਪ੍ਰਬੰਧਕ ਕਮੇਟੀ ਦਿੱਲੀ ਨੇ ਗੁਰੂ ਘਰ ਦੀਆਂ ਜ਼ਮੀਨਾਂ ਬੜੀਆਂ ਖਰਾਬ ਕੀਤੀਆਂ ਨੇ। ਇੱਥੇ ਜੋਧਾ ਬਾਈ ਪਿੰਡ ਦੇ ਵਿੱਚ 22 ਵਿਗੇ ਜ਼ਮੀਨ ਸੀਗੀ ਗੁਰੂ ਘਰ ਦੀ, ਅੱਜ ਲੱਭਦੀ ਨਹੀਂ ਪਈ। ਉੱਥੇ ਮੁਸਲਮਾਨ ਭਰਾਵਾਂ ਨੇ ਉੱਤੇ ਕੋਠੀਆਂ ਪਾ ਲਈਆਂ ਨੇ ਤੇ ਆਰਡਰ ਹੋ ਚੁੱਕੇ ਨੇ, ਉਹ ਹੋਏ ਨੇ ਹਾਈ ਕੋਰਟ ਦੇ ਕਿ ਇਹ ਜ਼ਮੀਨ ਛੱਡੀ ਜਾਵੇ, ਛਡਵਾਈ ਜਾਵੇ ਸਰਕਾਰ ਨੂੰ। ਤੇ ਸਾਡੇ ਪ੍ਰਧਾਨ ਜਿਹੜੇ ਨੇ ਉਹਨਾਂ ਦੀਆਂ ਨਲਾਇਕੀਆਂ ਕਰਕੇ, ਉਹਨਾਂ ਦੇ ਸਵਾਰਥ ਕਰਕੇ, ਬਲਕਿ ਜਿਹੜੀਆਂ ਚੰਗੀਆਂ ਜ਼ਮੀਨਾਂ ਸੀ ਉਹਨਾਂ ਦੇ ਤਬਾਦਲੇ ਕਰਵਾ ਕੇ ਦੂਸਰੀ ਸਗ ਮਾੜੀ ਜਗ੍ਹਾ ਲੈ ਕੇ ਚੰਗੀਆਂ ਦੇ ਦਿੱਤੀਆਂ। ਭੂ ਮਾਫੀਆ ਨਾਲ ਗੱਲਬਾਤ ਕਰਕੇ ਸਾਡੀਆਂ ਜਾਇਦਾਦਾਂ ਵੀ ਖਰਾਬ ਹੋਈਆਂ। ਇੱਥੇ ਪੁਰਾਤਨ ਸਿੱਖ ਸੀਗੇ ਜਿਨ੍ਹਾਂ ਨੇ ਇਹ ਤੇਗਾਂ ਆਪਣੇ ਪਿੰਡੇ 'ਤੇ ਸਹਾਰ ਕੇ ਤੇ ਸਾਨੂੰ ਇਹ ਜ਼ਮੀਨਾਂ ਮੁਗਲ ਸਰਕਾਰ ਕੋਲੋਂ ਸੇਫ ਕਰਕੇ ਦਿੱਤੀਆਂ, ਸੁਰੱਖਿਅਤ ਕਰਕੇ ਸਾਡੇ ਹੱਥਾਂ 'ਚ ਦਿੱਤੀਆਂ। ਇਹ ਆ ਸਾਡੀ ਜ਼ਿੰਦਗੀ ਦੇ ਸੋਮੇ ਨੇ। ਸਾਡੀ ਆਤਮਾ ਤੇ ਪਿਤਾ ਪਰਮਾਤਮਾ ਨੂੰ ਜੇ ਕੋਈ ਮਿਲਾਉਣ ਦੀ ਵਿਚੋਲਗੀ ਕਰਦੀਆਂ ਨੇ ਤੇ ਇਹ ਥਾਵਾਂ ਕਰਦੀਆਂ ਨੇ, ਜਿਹੜੀ ਥਾਂ ਤੋਂ ਸਾਨੂੰ ਪਰਮਾਤਮਾ ਦੀ ਬਾਣੀ ਮਿਲਦੀ ਹੈ ਸੁਣਨ ਨੂੰ, ਤੇ ਸਾਨੂੰ ਸਾਡਾ ਲੂਹ ਕੰਡੇ ਖੜੇ ਹੋ ਜਾਂਦੇ ਨੇ ਜਦੋਂ ਉਸ ਥਾਂ ਨਾਲ ਜੁੜੀ ਹਿਸਟਰੀ ਨੂੰ ਅਸੀਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ। ਤੋ ਅਸੀਂ ਤੁਹਾਨੂੰ ਤੁਹਾਡੇ ਰਾਹੀਂ ਸਮੁੱਚੀ ਦਿੱਲੀ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਾਸਤੇ, ਦਿੱਲੀ ਵਿੱਚ ਵਸਦੀ ਜਿਹੜੀ ਵੋਟ ਆ, ਜਿਹੜੇ ਸਿੱਖ ਨੇ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹ ਜਿਹੜੀ ਬੇਦਿਲੀ ਆ, ਜਿਹੜੀ ਤੁਸੀਂ ਲਾਪਰਵਾਹੀ ਕਰ ਰਹੇ ਹੋ ਕਿ ਵੋਟ ਸਿਸਟਮ ਦੇ ਵਿੱਚ ਹਿੱਸਾ ਨਹੀਂ ਲੈ ਰਹੇ, 30-35% ਜਿਹੜੀ ਵੋਟ ਪੈਂਦੀ ਆ ਉਹਦੇ ਨਾਲ ਤਕਰੀਬਨ 1500 ਵੋਟ ਲਿਜਾਣ ਵਾਲਾ ਜਿੱਤ ਜਾਂਦਾ। ਅਤੇ ਇੱਥੇ ਜਿਹੜੀਆਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਜਿਹੜੇ MC ਨੇ, ਉਹਨਾਂ ਦੇ MLA ਨੇ, ਉਹ ਪੈਸਾ ਖਰਚ ਕਰਕੇ ਆਪਣੇ ਅਸਰ ਸੂਖ ਨਾਲ ਵੋਟਾਂ ਦੀ ਤਵਾਜ਼ਨ ਨੂੰ ਵਿਗਾੜ ਦਿੰਦੇ ਨੇ। ਅਤੇ ਇਹ ਜਦੋਂ ਤੁਸੀਂ ਬਹੁਤ ਵੱਡੀ ਮਾਤਰਾ 'ਚ ਆਪਣੀਆਂ ਵੋਟਾਂ ਬਣਵਾਓਗੇ ਅਤੇ ਹਿੱਸਾ ਲਓਗੇ, ਪੋਲ ਕਰੋਗੇ, ਅਤੇ ਨਿਰਸੰਦੇਹ ਇਹਦੇ ਵਿੱਚ ਚੰਗੇ ਸਿੱਖ ਆਉਣਗੇ ਜਿਹੜੇ ਬਿਨਾਂ ਸ਼ਰਾਬ ਪਿਲਾਏ, ਬਿਨਾਂ ਪੈਸੇ ਦਿੱਤਿਆਂ, ਚੰਗੀ ਨੇਕ ਨੀਅਤ ਨਾਲ ਸੇਵਾਦਾਰ ਬਣ ਕੇ ਗੁਰੂ ਘਰ ਜਾ ਕੇ ਸੇਵਾ ਕਰਨਗੇ। ਤੋ ਮੈਂ ਤੁਹਾਡੇ ਥਰੂ ਇਹ ਦਿੱਲੀ ਦੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੀ ਵੋਟ ਬਣਵਾਓ, ਇਸ ਵੋਟ ਦੇ ਵਿੱਚ ਹਿੱਸਾ ਲਓ ਜਿਸ ਤਰ੍ਹਾਂ ਤੁਸੀਂ ਵਿਧਾਨ ਸਭਾ ਜਾਂ ਲੋਕ ਸਭਾ 'ਚ ਲੈਂਦੇ ਹੋ, ਤਾਂ ਕਿ ਅਸੀਂ ਗੁਰੂ ਘਰ ਨੂੰ ਜਿਹੜਾ ਚੰਗੇ ਹੱਥਾਂ 'ਚ ਦੇ ਸਕੀਏ। ਸਾਡਾ ਆਪਣਾ ਨਿੱਜ ਦਾ ਕੋਈ ਸਵਾਰਥ ਨਹੀਂ। ਤੁਸੀਂ ਕਦੇ ਨਹੀਂ ਇਹ ਦੇਖੋਗੇ ਕਿ ਰਣਜੀਤ ਸਿੰਘ ਇਹ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਲਈ ਕੋਈ ਇਲੈਕਸ਼ਨ ਲੜ ਰਿਹਾ ਜਾਂ ਮੈਂਬਰਸ਼ਿਪ ਲੈਣ ਲਈ ਬਣ ਰਿਹਾ ਜਾਂ ਕੋਈ ਚੌਧਰ ਦੇ ਵਾਸਤੇ ਜੂਝਦਾ ਪਿਆ। ਇਹ ਨਾ ਪਹਿਲਾਂ ਤੁਹਾਨੂੰ ਕੋਈ ਸ਼ਿਕਾਇਤ ਆਈ ਹੈ ਅਤੇ ਨਾ ਅਗਾਂਹ ਆਊਗੀ। ਹੁਣ ਤਾਂ ਜ਼ਿੰਦਗੀ ਜਿਹੜੀ ਆ ਪਤਾ ਨਹੀਂ ਉਮਰ ਦੇ ਆਖਰੀ ਪੜਾਅ 'ਤੇ ਆ, ਪਤਾ ਨਹੀਂ ਕਦੋਂ ਸਵਾਸ ਪੂਰੇ ਹੋ ਜਾਣੇ। ਪਰ ਸਾਡੀ ਰੀਝ ਆ ਕਿ ਜਿੰਨੀ ਕੁ ਦੇਰ ਤੱਕ ਵੀ ਇਹ ਪਰਮਾਤਮਾ ਨੇ ਪ੍ਰਾਣ ਬਖਸ਼ੇ ਨੇ ਸਰੀਰ ਨੂੰ, ਇਹ ਚੰਗੇ ਪਾਸੇ ਅਤੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਨੂੰ, ਉਹਦੇ ਮਿਸ਼ਨ ਨੂੰ ਉਹ ਸੁਰੱਖਿਅਤ ਰੱਖਣ ਲਈ ਅਤੇ ਪ੍ਰਫੁੱਲਤ ਕਰਨ ਲਈ ਲੱਗੇ। ਉਹ ਅਸੀਂ ਆਸ ਕਰਦੇ ਹਾਂ ਤੁਸੀਂ ਸਾਡਾ ਸਾਰਾ ਮੀਡੀਆ ਜਿੰਨਾ ਸਹਿਯੋਗ ਕਰੋਗੇ, ਅਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋਵਾਂਗੇ ਅਤੇ ਵੱਧ ਤੋਂ ਵੱਧ ਸੇਵਾ ਕਰਕੇ ਤੁਹਾਡੇ ਤੋਂ ਮਾਣ ਹਾਸਲ ਕਰਾਂਗੇ। ਅਗਲੀ ਵਾਰੀ ਦੁਬਾਰਾ ਆ ਕੇ ਤੁਹਾਡੇ ਨਾਲ ਗੱਲ ਕਰਨ ਜੋਗੇ ਰਵਾਂਗੇ। ਤੋ ਕਿਸੇ ਵੀਰ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਕਰ ਸਕਦੇ ਹੋ। ਦਿੱਲੀ ਦੀਆਂ ਬਾਦਲ ਵਿਰੋਧੀ ਪਾਰਟੀਆਂ ਨੇ, ਉਹ ਕਹਿੰਦੀਆਂ ਨੇ ਕਿ ਅਸੀਂ ਬਾਦਲਾਂ ਨੂੰ ਪ੍ਰਬੰਧ ਤੋਂ ਪਾਸੇ ਹਟਾਉਣਾ, ਤੁਸੀਂ ਵੀ ਬਾਦਲਾਂ ਨੂੰ ਭੌਂਕਾ ਦੇ ਦਿਓ ਪੰਜਾਬ ਨੂੰ ਲੈ ਕੇ ਦਿੱਲੀ ਕੀ ਬਾਦਲਾਂ ਨੂੰ ਪਰੇ ਕਰਨਾ ਹੈ। ਤੇ ਜਿਹੜੀ ਬਾਦਲ ਵਿਰੋਧੀ ਪਾਰਟੀਆਂ ਦਿੱਲੀ ਦੀ, ਉਹਨਾਂ ਤੁਹਾਡਾ ਕੋਈ ਗੱਠ ਆਉਣ ਵਾਲੇ ਟਾਈਮ 'ਚ ਹੋ ਸਕਦਾ ਹੈ?
ਦੇਖੋ ਅਸੀਂ ਤੁਹਾਡੇ ਸਾਹਮਣੇ ਇੱਕ ਮੁਕੰਮਲ ਪਾਰਟੀ ਪੰਥਕ ਅਕਾਲੀ ਲਹਿਰ ਉਹਦਾ ਸਿੰਬਲ ਲੈ ਕੇ ਤੁਹਾਨੂੰ ਦਿਖਾ ਕੇ ਪੂਰੀ ਟੀਮ ਤੁਹਾਡੇ ਸਾਹਮਣੇ ਖੜੀ ਕਰਦੀ ਹੈ। ਅਸੀਂ ਕੌਮ ਦੇ ਭਵਿੱਖ ਲਈ ਆਪਣਾ ਸਰੀਰ ਵੀ ਤਿਆਗ ਸਕਦੇ ਹਾਂ, ਕੌਮ ਦੀ ਬਿਹਤਰੀ ਲਈ, ਗੁਰੂ ਘਰ ਦੀ ਬਿਹਤਰੀ ਲਈ ਆਪਣਾ ਸਰੀਰ ਵੀ ਦਾਨ ਕਰ ਸਕਦੇ ਹਾਂ। ਇਹ ਤੇ ਹੋ ਸਕਦਾ, ਲੇਕਿਨ ਆਪਣੇ ਸਵਾਰਥ ਲਈ, ਆਪਣੇ ਨਿੱਜ ਦੇ ਸਵਾਰਥ ਲਈ ਜਾਂ ਕੋਈ ਸੱਤਾ ਹਥਿਆਉਣ ਲਈ ਕੋਈ ਵੀ ਸਮਝੌਤਾ ਇਹੋ ਜਿਹਾ ਨਹੀਂ ਹੋਊਗਾ। ਗੁਰਦੁਆਰਾ ਟਰੈਕਟਰ ਕੋਈ ਜਿਹੜੀ ਰਜਿਸਟਰਡ ਹੋਈ ਤੁਹਾਡੀ ਪਾਰਟੀ ਹਾਂ। ਜਿਹੜੇ ਤੁਹਾਨੂੰ ਬੱਚਿਆਂ ਦਾ ਹਾਂ, ਤੇ 2 ਮੈਂਬਰ ਕਿਹੜੇ ਨੇ ਜਿਨ੍ਹਾਂ ਦੇ ਅਪਲਾਈ ਕਰਨ ਤੋਂ ਪਿੱਛੋਂ ਪੇਪਰ ਮਿਲਿਆ? ਇੱਕ ਤੇ ਸਾਡੇ 3 ਟਰਮਾਂ ਤੋਂ ਚਲੇ ਆ ਰਹੇ ਨੇ ਆਪਣੇ ਬਲਕਿੰਦਰ ਸਿੰਘ ਜੀ, ਇਹ 5 ਮੈਂਬਰ ਹੋਰ ਨੇ ਜਿਹੜੇ ਇੱਕ ਹਰਿੰਦਰਪਾਲ ਸਿੰਘ ਜੀ ਮੈਂਬਰ ਨੇ, ਇੱਕ ਹਾਂ ਨਹੀਂ ਉਹ 5 ਮੈਂਬਰ ਹੋਰ ਨੇ ਜਿਹੜੇ ਹੋ ਚੁੱਕੇ, ਰਹਿ ਚੁੱਕੇ ਨੇ ਮੈਂਬਰ ਸਾਡੇ। ਅਸੀਂ ਉਹਨਾਂ ਦੇ ਨਾਮ ਵੀ 7 ਮੈਂਬਰਾਂ ਨੂੰ ਤੇ ਉੱਥੇ ਬਕਾਇਦਾ ਪੇਸ਼ ਕਰਕੇ ਤੇ ਫਿਰ ਹਾਜ਼ਰੀ ਲਵਾਈ ਹੈ। ਵੋਟਾਂ ਦੀ ਗੱਲ ਕਰ ਰਹੇ, ਵੋਟਾਂ ਘੱਟ ਬਣ ਰਹੀਆਂ ਨੇ, ਵੋਟਾਂ ਤੇ ਆਲਰੇਡੀ 40,000 ਵੋਟਾਂ 65,000 ਤਲਵਾਰ ਲਟਕੀ ਹੋਈ ਫੋਟੋ ਨਾ ਹੋਣ ਕਰਕੇ ਤੇ 35,000 ਵੋਟ ਕੱਢੀ ਗਈ ਹੈ। ਸਿੱਖਾਂ ਦੀ ਵੋਟ 4 ਲੱਖ ਤੋਂ ਘੱਟ ਸੀ, ਕਹਿੰਦੇ ਆ ਦਿੱਲੀ 8 ਤੋਂ 12 ਲੱਖ ਰਹਿੰਦਾ ਹੈ, ਹੁਣ ਤੇ 2.5 ਲੱਖ ਨਾੜੇ ਜਿਹੜੇ ਆ ਗਿਆ ਤੇ ਵੋਟ ਵੱਧ ਨਹੀਂ ਘੱਟ ਰਹੀ ਹੈ, ਘੱਟ ਕਿਉਂ ਰਹੀ ਹੈ? ਮੈਂ ਉਹੀ ਕਹਿਣਾ, ਬੇਦਿਲੀ ਇੱਕ ਲੋਕਾਂ ਦਾ ਜਿਹੜਾ ਵਿਸ਼ਵਾਸ ਉੱਠਦਾ ਜਾ ਰਿਹਾ ਸਾਡੇ ਇਹਨਾਂ ਲੋਕਾਂ ਤੋਂ, ਜਿਹੜੇ ਜਿਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਨੇ ਕਿ ਇੰਨਾ ਘਟਾਲਾ, ਫਿਰ ਲੱਭਦਾ ਕੁਛ ਨਹੀਂ, ਕਿ 4 ਦਿਨ ਲੰਗਰ ਲਾਇਆ ਤੇ ਭਾਂਡੇ ਮੂੰਹ 'ਤੇ ਹੋ ਗਏ। ਇਸ ਗੁਰੂ ਘਰ 'ਚੋਂ ਕਦੀ ਕੁਛ ਮੁੱਕ ਹੀ ਨਹੀਂ ਸਕਦਾ, ਇੰਨੀ ਸਮਰੱਥਾ ਹੈ। ਉਹਦੇ ਬਾਵਜੂਦ ਜਿਹੜੇ ਆਮ ਸਿੱਖ ਨੇ ਉਹ, ਮੈਂ ਉਹੀ ਅਪੀਲ ਕੀਤੀ ਹੈ ਕਿ ਪਿੱਛੇ ਨੂੰ ਮੂੰਹ ਮੋੜ ਕੇ ਤੇ ਪਿੱਛੇ ਹੋਣ ਦੀ ਬਜਾਏ ਗੁਰੂ ਘਰ ਨੂੰ ਬਚਾਉਣ ਲਈ ਅੱਗੇ ਆਓ। ਤੁਹਾਨੂੰ ਮੈਂ ਮੋਟਾ ਜਿਹਾ ਦੱਸਾਂ ਇੱਥੇ ਕਿ ਜਿਹੜੀ ਪਹਿਲੀ ਗੱਲ ਤੇ ਵੋਟ ਬਣਾਉਂਦੇ ਨਹੀਂ ਲੋਕ, ਇੰਟਰਸਟ ਨਹੀਂ ਲੈਂਦੇ। ਜਿਹੜੇ ਬਣਾਉਂਦੇ ਉਹਨਾਂ ਦੇ ਵਿੱਚੋਂ ਵੀ 40% ਹੀ ਪੋਲ ਹੁੰਦੀ ਹੈ। ਜਿਹੜੀ ਵੋਟ ਬਣ ਜਾਂਦੀ ਆ ਨਾ, ਸਾਡੀ ਦੁਖਾਂਤ ਇਹ ਆ ਕਿ ਜਿਹੜੀ ਵੋਟ ਬਣ ਜਾਂਦੀ ਉਹਦੇ ਵਿੱਚੋਂ ਵੀ 40% ਹੀ ਪੋਲ ਹੁੰਦੀ ਹੈ। ਵੋਟ ਨੂੰ ਵੈਰੀਫਾਈ ਕੀਤਾ ਜਾ ਰਿਹਾ, ਜਿਹੜੀ ਫੋਟੋ ਵਾਲੀ ਵੋਟਾਂ ਬਣ ਰਹੀਆਂ ਨੇ, ਤਾਂ ਕਿ ਉੱਥੇ ਜਿਹੜੀ ਫੇਕ ਵੋਟ ਪੈਂਦੀ ਹੈ ਉਹ ਨਾ ਪੈ ਸਕਣ। ਇਹ ਸਾਰਿਆਂ ਦਾ ਦਰਦ ਹੈਗਾ ਕਿ ਹਮੇਸ਼ਾ ਵੋਟ ਫੇਕ ਪੈਂਦੀ ਹੈ, ਜਿਹਨੂੰ ਅਸੀਂ ਰੋਕਣਾ ਹੈ। ਇਹ ਉਹਦੇ ਉੱਤੇ ਗੱਲਬਾਤ ਚੱਲ ਰਹੀ ਸੀ ਕਿ ਫੋਟੋ ਵਾਲੀ ਵੋਟ ਬਣੇਗੀ ਜਿਸ ਤੋਂ ਵੈਰੀਫਾਈ ਹੋ ਸਕੇਗੀ, ਤੇ ਉਹਦੇ 'ਤੇ ਕੰਮ ਚੱਲ ਰਿਹਾ ਸੀ। ਇਹ ਉਹਦੀ ਗੱਲ ਹੋਈ ਸੀ ਸਾਰੀ। 65,000 ਵੋਟ ਤੇ ਹੁਣ ਤਾਂ ਤਲਵਾਰ ਨਹੀਂ ਮਿਲਦਾ ਕਿ ਇਹ ਲੱਗਦਾ ਕਿ 65,000 ਵੋਟ ਸਿੱਖਾਂ ਦੀ ਹੋਰ ਘਟ ਜਾਏਗੀ ਤੇ ਫਿਰ ਵੋਟ ਰਹਿ ਕਿ ਨਹੀਂ ਜਾਏਗੀ। ਨਹੀਂ ਘਟੋਗੇ ਕਿਸ ਤਰ੍ਹਾਂ? ਉਹਨਾਂ ਨੂੰ ਪਤਾ ਹੈਗਾ ਨਹੀਂ, ਕੱਟਣ ਦੀ ਕੋਈ ਏਦਾਂ ਦੀ ਕੋਈ ਗੱਲ ਨਹੀਂ ਚੱਲ ਰਹੀ ਸੀ ਕਿ ਵੋਟ ਕੱਟ ਰਹੇ ਨੇ ਜਾਂ ਕੁਝ ਹੋ ਰਿਹਾ ਹੈ। ਜਿਹੜੀ ਵੋਟ ਹੈਗੀ ਨਾ ਘਟੇਗੀ ਨਹੀਂ, ਉਹਦੇ ਨਾਲ ਫੋਟੋ ਨਹੀਂ ਲੱਗੀ। ਹਾਂ, ਉੱਥੇ ਫੋਟੋ ਲਗਵਾ ਕੇ ਉਹਨੂੰ ਵੈਰੀਫਾਈ ਕੀਤਾ ਜਾਏਗਾ। ਇਲੈਕਸ਼ਨ ਕਮਿਸ਼ਨ ਕਿਸੇ ਦੀ ਵੋਟ ਇਹ ਕਿਸ ਤਰ੍ਹਾਂ ਹੋ ਸਕਦਾ ਕੋਈ ਘਟ ਜਾਊਗੀ ਜਾਂ ਕੱਟ ਦਊਗਾ? ਇਲੈਕਸ਼ਨ ਕਮਿਸ਼ਨ ਜਿਹੜਾ ਹੈ ਨਹੀਂ ਕੱਟਣ ਦੀ ਗੱਲ ਨਹੀਂ ਹੋ ਰਹੀ ਸੀ, ਸ਼ਾਇਦ ਕਨਫਿਊਜ਼ਨ ਹੈ। ਇਲੈਕਸ਼ਨ ਕਮਿਸ਼ਨ ਦੀ ਹੈ, ਉਹ ਪੂਰੀ ਕਰੋ। ਹਾਂ, ਉਹ ਤੇ ਬਲਕਿ ਇਹ ਤੇ ਤੁਹਾਡਾ ਅਧਿਕਾਰ ਆ, ਤੁਸੀਂ ਵੋਟ ਬਣਾ ਸਕਦੇ ਹੋ ਆਪਣੀ, ਤੋਂ ਕੋਈ ਕੱਟ ਹੀ ਨਹੀਂ ਸਕਦਾ। ਕੱਟੀ ਨਹੀਂ ਗਈ, ਉਹਨਾਂ ਨੇ ਕੱਟਣ ਵਾਸਤੇ ਨਹੀਂ ਕਿਹਾ, ਉਹਨਾਂ ਕਿਹਾ ਵੋਟ ਦੇ ਜਿਹੜਾ ਫੋਟੋ ਲਾਓ। ਫੋਟੋ ਵਾਸਤੇ ਉਹਨਾਂ ਨੇ ਹੋਰ ਐਕਸਟੈਂਸ਼ਨ ਦਿੱਤੀ ਹੈ 31 ਦਸੰਬਰ ਤੱਕ, ਠੀਕ ਹੈ। ਉਹਦੇ ਵਾਸਤੇ ਦਿੱਲੀ ਕਮਿਸ਼ਨ ਜਿਹੜਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਉਹ ਪੂਰੀ ਜ਼ੋਰ ਲਾ ਰਿਹਾ। ਉਹ ਇਹ ਕਹਿੰਦਾ 40,000 ਨਵੀਂ ਵੋਟ ਨਹੀਂ ਬਣੀ ਤੇ ਜਾਂ 15 ਵੀ ਦਿਨਾਂ ਦੇ ਅੰਦਰ 65 ਦਾ ਫੋਟੋ ਲੱਗ ਸਕਦੀਆਂ ਨੇ। ਨਹੀਂ, ਉਹਨਾਂ ਨੇ ਇੱਕ ਐਪ ਹੋਰ ਇਸ਼ੂ ਕੀਤੀ ਹੈ, ਮੋਬਾਈਲ ਐਪ ਦੇ ਉੱਤੇ ਉਹ ਪੂਰੀ ਜਾਣਕਾਰੀ ਦੇ ਰਹੇ ਨੇ। ਉਸ ਤੋਂ ਬਾਅਦ ਉਹ ਕੈਂਪ ਆਰਗੇਨਾਈਜ਼ ਕਰ ਰਹੇ ਨੇ, ਪਲੱਸ ਫੋਟੋ ਦਾ ਅਰੇਂਜਮੈਂਟ ਕਰ ਰਹੇ ਨੇ। ਤੁਹਾਡੀ ਪਾਰਟੀ ਵੱਲੋਂ ਕੀ ਇਨੀਸ਼ੀਏਟਿਵ ਦਿੱਤਾ ਗਿਆ? ਹਾਂਜੀ, ਤੁਹਾਡੀ ਪਾਰਟੀ ਵੱਲੋਂ ਕੀ ਇਨੀਸ਼ੀਏਟਿਵ ਦਿੱਤਾ ਗਿਆ? ਅਸੀਂ ਦੇਖੋ ਜਦੋਂ ਦੀ ਪਾਰਟੀ ਸਟੈਂਡ ਕੀਤੀ ਹੈ, ਅਸੀਂ ਜਿੱਥੋਂ ਤੱਕ ਸਿੰਘ ਸਾਹਿਬ ਨੇ ਦੂਸਰੀ ਪ੍ਰੈਸ ਕਾਨਫਰੰਸ ਕੀਤੀ ਹੈਗੀ, ਉਸ ਪ੍ਰੈਸ ਕਾਨਫਰੰਸ 'ਚ ਪਹਿਲੀ 'ਚ ਵੀ ਕਿਹਾ ਕਿ ਸਾਰਿਆਂ ਨੂੰ ਵੋਟ ਬਣਾਓ। ਤੁਹਾਡੀ ਇਨੀਸ਼ੀਏਟਿਵ ਕੀ ਦਿੱਤਾ ਗਿਆ? ਇਨੀਸ਼ੀਏਟਿਵ ਅਸੀਂ ਹੈ ਕਿ ਅਸੀਂ ਆਪਣੇ ਏਰੀਆ ਦੇ ਵਿੱਚ ਸਾਰਿਆਂ ਨੂੰ ਇਹ ਕਹਿ ਰਹੇ ਹਾਂ ਕਿ ਆਪਣੀ ਵੋਟ ਬਣਾਓ। ਕੋਈ ਟੀਮ ਲਗਾਈ ਗਈ ਹੈ? ਪੂਰੀ ਟੀਮ ਕੰਮ ਕਰ ਰਹੀ ਹੈ। ਜਿਹੜੀ ਉਹਨੇ ਜਸਮੀਤ ਜੀ ਨਹੀਂ ਹੈਗੇ ਇਸ ਟਾਈਮ, ਮੇਰੀ ਪਰਸੋਂ ਵੀ 3 ਦਿਨ ਪਹਿਲੇ ਵੀ ਉਹਨਾਂ ਨਾਲ ਗੱਲ ਹੋਈ ਹੈ। ਤੁਸੀਂ ਜਾ ਕੇ ਕੈਂਪ ਵੀ ਦੇਖ ਸਕਦੇ ਹੋ ਜਿਹੜਾ ਉੱਥੇ ਲੱਗਿਆ ਹੋਇਆ ਹੈ। ਵੋਟਾਂ ਬਣ ਗਈ ਤੁਹਾਡੇ ਮਾध्यਮ ਨਾਲ? ਸਰ, ਵੋਟਾਂ ਬਣਾ ਰਹੇ ਨੇ। ਦੇਖੋ ਹੁਣ ਇਸ ਟਾਈਮ ਮੈਂ ਐਗਜ਼ੈਕਟ ਕਾਊਂਟ ਤੁਹਾਨੂੰ ਨਹੀਂ ਦੇ ਸਕਦਾ। ਅਸੀਂ ਦਾਂਗੇ ਤੁਹਾਨੂੰ ਜਿਸ ਦਿਨ ਇਹ ਡੇਟ ਖਤਮ ਹੋ ਜਾਏਗੀ, ਅਸੀਂ ਕਿੰਨੀਆਂ ਨੂੰ ਪ੍ਰੇਰਿਤ ਕਰ ਸਕੇ। ਹਾਲੇ ਅੰਦਾਜ਼ਾ ਨਹੀਂ ਹੁੰਦਾ ਨਾ ਸਾਡੇ। 4-5 ਪਾਰਟੀਆਂ ਹੈਗੀਆਂ ਨੇ, 40,000 ਵੋਟ ਨਵੀਂ ਬਣੀ ਹੈ, ਪਰ
ਇੱਥੇ ਦੇਖੋ ਇੱਕ ਤੇ ਉਹ ਹੁੰਦਾ ਹੈ ਇਹ ਜਿਹੜੀ ਆ ਇਹ ਵੋਟ ਹੈ ਇਹਦੇ ਨਾਲ ਧੱਕਾ ਥੋੜਾ ਹੋ ਸਕਦਾ ਵੀ ਅਸੀਂ ਜਿਹੜੀ ਮਰਜ਼ੀ ਵੋਟ ਬਣਾ ਦਈਏ। ਜੇ ਤੁਹਾਡੀ ਮਰਜ਼ੀ ਹੋ ਤੇ ਉਹਦੇ ਨਾਲ ਸਹਿਮਤੀ ਨਾਲ ਹੀ ਵੋਟ ਬਣੂਗੀ ਨਾ। ਜੇ ਕੋਈ ਕੈਂਡੀਡੇਟ ਜਾਊਗਾ ਤੁਹਾਨੂੰ ਕਹੂਗਾ ਹੱਥ ਜੋੜੂਗਾ ਵੋਟ ਬਣਾਓ ਤੇ ਤੁਸੀਂ ਅੱਗੋਂ ਗੁੱਸੇ ਨਾਲ ਬੋਲੋਗੇ ਤੇ ਉਹ ਫਿਰ ਧੱਕਾ ਨਹੀਂ ਕਰ ਸਕਦਾ। ਇਹ ਤਾਂ ਸਹਿਮਤੀ ਬਣਾ ਕੇ ਪ੍ਰੇਰ ਹੀ ਸਕਦੇ ਆ ਨਾ ਵੀ ਹਰ ਜਗ੍ਹਾ ਫਾਰਮ ਰੱਖੇ ਜਾਣਗੇ, ਗੁਰਦੁਆਰਾ ਸਾਹਿਬ ਦੇ ਫਾਰਮ ਰੱਖੇ ਜਾਣਗੇ ਕਿ ਵੋਟਾਂ ਬਣਾਓ ਆਪਣੀਆਂ। ਤੋ ਪ੍ਰੇਰਿਆ ਜਾਊਗਾ ਜਿਹਨੂੰ ਹੁਣ ਜਿਹਨੇ ਕੈਂਡੀਡੇਟ ਖਲੋਣਾ ਉਹਨੂੰ ਕੋਸ਼ਿਸ਼ ਹੁੰਦੀ ਆ ਕਿ ਮੇਰੀ ਵੱਧ ਤੋਂ ਵੱਧ ਵੋਟ ਬਣੇ। ਜਿਹੜਾ ਇੱਕ ਬੰਦਾ ਕੋਈ ਵੀ ਹੁੰਦਾ ਘੱਟ ਨਹੀਂ ਕਰੂਗਾ। ਇੱਕ ਬੰਦੇ ਨੂੰ 4 ਲੋਕ ਫੋਨ ਕਰ ਸਕਦੇ ਨੇ। ਹੁਣ ਇਹ ਕਹਿਣਾ ਕਿ ਮੈਂ ਵੋਟ ਬਣਾਈਏ ਤੇ ਇਹ ਸਾਡੀ ਨਜਾਇਜ਼ ਸਟੇਟਮੈਂਟ ਹੋਏਗੀ। ਜੇ ਮੈਂ ਤੁਹਾਨੂੰ ਫੋਨ ਕਰਦਾ ਤੁਹਾਨੂੰ ਹੋਰ ਬਾਕੀ 3 ਲੋਕ ਵੀ ਫੋਨ ਕਰਦੇ ਨੇ ਤੇ ਮੈਂ ਇਹ ਇੱਥੇ ਕਲੇਮ ਨਹੀਂ ਕਰ ਸਕਦਾ ਕਿ ਤੁਸੀਂ ਮੇਰੇ ਕਹਿਣ ਤੇ ਵੋਟ ਬਣਾਈ। ਤੁਹਾਨੂੰ ਤੇ 4 ਜਗ੍ਹਾ ਤੋਂ ਫੋਨ ਆਇਆ, ਪਰ ਅਸੀਂ ਸੰਗਤ ਰੂਪੀ ਸਾਰਿਆਂ ਨੂੰ ਰਿਕੁਐਸਟ ਫੋਨ ਰਾਹੀਂ ਸੋਸ਼ਲ ਮੀਡੀਆ ਰਾਹੀਂ ਕਰ ਰਹੇ ਹਾਂ। ਔਰ ਹੁਣ ਤੁਸੀਂ ਕੋਸ਼ਿਸ਼ ਤੁਹਾਨੂੰ ਅਪੀਲ ਕੀਤੀ ਹੈ, ਤੁਸੀਂ ਕੋਸ਼ਿਸ਼ ਕਰੋ। ਅਸੀਂ ਵੀ ਜਿਹੜੀ ਹੈ ਨਾ ਜੀ ਕੱਲ ਡਾਇਰੈਕਟਰ ਦੇ ਨਾਲ ਮੀਟਿੰਗ ਕੀਤੀ ਹੈ। ਡਾਇਰੈਕਟਰ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਤੁਸੀਂ ਇਸ ਮਤਲਬ ਅਗਲੇ ਜਿਹੜੇ ਵੀਕ ਹੈਗਾ ਉਹਦੇ ਵਿੱਚ ਉਹ ਕੈਮਰੇ ਸਮੇਤ ਬੰਗਲਾ ਸਾਹਿਬ, ਰਕਾਬਗੰਜ, ਮੋਤੀਬਾਗ, ਨਾਨਕ ਪਿਆਉਸਾ ਉੱਥੇ ਉਹ ਕੈਂਪ ਲਗਾ ਰਹੇ ਨੇ। ਉਸ ਤੋਂ ਇਲਾਵਾ ਜਿੱਥੇ ਜਿੱਥੇ ਜ਼ਿਆਦਾ ਸਾਡੀ ਸੰਗਤ ਹੈ ਉਹਦੇ ਨਾਲ ਕੈਮਰੇ ਦੇ ਉੱਤੇ ਉਹ ਆਪਣੇ ਕੈਮਰਾਮੈਨ ਨੂੰ ਭੇਜ ਕੇ ਫੋਟੋ ਖਿੱਚ ਰਹੇ ਨੇ। ਔਰ ਉਹਨਾਂ ਨੇ ਇੱਕ ਲਿਸਟ ਬਣਾਈ ਹੈਗੀ 75,000 ਜਿਹੜੀ ਵੋਟ ਹੈ ਜਾਂ 65,000 ਦੀ ਵੋਟ ਹੈ ਉਹਦੀ ਲਿਸਟ ਨੂੰ ਕਾਬੂ ਕਰਕੇ ਔਰ ਹਰ ਘਰ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਹੈ ਲੈਟਰ ਭੇਜੀ ਹੈ ਕਿ ਤੁਸੀਂ ਵੋਟ ਕਰੋ। ਇਹ ਜਿਹੜੀ ਹੈ ਸਾਡੀ ਤੁਸੀਂ ਕਹਿ ਰਹੇ ਕੀ ਇਨਵੈਸਟੀਗੇਸ਼ਨ ਹੈ, ਇਹ ਸਾਡੀ ਪ੍ਰੋਪਰ ਇਨਵੈਸਟੀਗੇਸ਼ਨ ਤੁਹਾਡੇ ਵਾਸਤੇ। ਜੱਟਿਆ ਸਾਹਿਬ ਸਵਾਲ ਹੈ, ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਪ੍ਰਬੰਧ ਚੱਲਦਾ ਆ ਰਿਹਾ ਦਿੱਲੀ ਗੁਰਦੁਆਰਾ ਕਮੇਟੀ ਔਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਾਲੇ ਤੇ ਇਹਨਾਂ ਜਿਹੜੀ ਪਾਰਟੀਆਂ ਜਿੱਤ ਕੇ ਕਾਬਜ਼ ਹੁੰਦੀਆਂ ਨੇ ਉਹ ਕਿਸੇ ਨਾ ਕਿਸੇ ਪਾਰਟੀ ਦਾ ਕਾਂਗਰਸ ਕਹਿ ਲਈਏ, ਬੀਜੇਪੀ ਕਹਿ ਲਈਏ, ਆਰਐਸਐਸ ਕਹਿ ਲਈਏ ਜਾਂ ਹੋਰ ਕਿਸੇ ਪਾਰਟੀਆਂ ਹੱਥ ਠੋਕਾ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਤੇ ਉਹ ਪਾਰਟੀਆਂ ਵੀ ਇਹਨਾਂ ਨੂੰ ਕਾਬਜ਼ ਕਰਾਉਣ ਉੱਤੇ ਲੁੱਟਵੀਂ ਤੇ ਦਿਸਵੀਂ ਸਪੋਰਟ ਕਰਦੀਆਂ ਨੇ। ਤੇ ਕੀ ਤੁਹਾਡੀ ਪਾਰਟੀ 'ਚ ਕਈ ਕੇਜਰੀਵਾਲ ਸਰਕਾਰ ਦੇ ਨਾਲ ਜੁੜੇ ਹੋਏ ਬੰਦੇ ਹੈਗੇ ਨੇ ਤੇ ਕੇਜਰੀਵਾਲ ਸਰਕਾਰ ਵੀ ਦਿੱਲੀ ਤੇ ਪੰਜਾਬ ਵਿੱਚ ਤੁਹਾਡੀ ਹਮਾਇਤ ਕਰ ਰਹੀ ਹੈ ਚੋਣਾਂ ਪ੍ਰਬੰਧ ਵਿੱਚ? ਇੱਕ ਤਾਂ ਪਹਿਲੀ ਗੱਲ ਤਾਂ ਕਿ ਅਜੇ ਤੱਕ ਕਿਸੇ ਵੀ ਇਲੈਕਸ਼ਨ ਦੇ ਵਿੱਚ ਕੇਜਰੀਵਾਲ ਸਾਹਿਬ ਹੋਣ ਜਾਂ ਕਾਂਗਰਸ ਹੋਵੇ ਜਾਂ ਭਾਜਪਾ ਹੋਵੇ ਅਸੀਂ ਕਿਸੇ ਦੇ ਦਰ 'ਤੇ ਨਹੀਂ ਗਏ ਕਿ ਸਾਨੂੰ ਵੋਟਾਂ ਪਾਓ। ਬਾਕੀ ਹੈ ਕਿ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਪਾਰਟੀ ਭਾਜਪਾ ਹੋਵੇ, ਸਾਰਿਆਂ ਦੇ ਨਾਲ ਸਿੱਖ ਜੁੜੇ ਹੋਏ ਨੇ ਤੇ ਅਸੀਂ ਹਰੇਕ ਸਿੱਖ ਨੂੰ ਅਪੀਲ ਕਰਨੀ ਹੈ ਕਿ ਗੁਰੂ ਘਰ ਨੂੰ ਬਚਾਉਣ ਲਈ ਧਰਮ ਦੀ ਵੋਟ ਜ਼ਰੂਰ ਪਾਓ। ਉਹ ਸਾਨੂੰ ਪਾਓ ਕਿਉਂਕਿ ਅਸੀਂ ਧਰਮ ਦੀ ਗੱਲ ਕਰਨੀ ਹੈ, ਅਸੀਂ ਰਾਜਨੀਤੀ ਨਹੀਂ ਕਰਨੀ। ਠੀਕ ਹੈ ਨਾ। ਕਿਸੇ ਵੀ ਪਾਰਟੀ ਨਾਲ ਜੁੜੇ ਸਿੱਖ ਨੂੰ ਅਸੀਂ ਹੱਥ ਜੋੜਦੇ ਹਾਂ ਕਿ ਸਾਨੂੰ ਵੋਟ ਪਾਓ। ਲੇਕਿਨ ਸਰਕਾਰਾਂ ਦੀ ਜਿੱਥੋਂ ਲੈਣ ਦੇਣਾ ਜਾਂ ਤਾਂ ਤੁਸੀਂ ਕੋਈ ਸਿੱਧ ਕਰੋ ਕਿਤੇ ਮੇਰੀ ਕੋਈ ਮੀਟਿੰਗ ਹੋਈ ਹੋਵੇ ਕਿਸੇ ਨਾਲ ਮੈਂ ਮਿਲਿਆ ਹੋਵਾਂ ਜਾਂ ਮੈਂ ਕਿਸੇ ਦੇ ਹਾੜੇ ਕੱਢੇ ਹੋਣ ਮੇਰੀ ਸਾਡੀ ਮਦਦ ਕਰੋ। ਅਸੀਂ ਤੁਹਾਡੇ ਪਿਛਲੇ ਦੋ ਇੱਕ ਤੇ ਸਰਕਾਰ ਮਲਕਿੰਦਰ ਸਿੰਘ, ਇੱਕ ਹਰਜਿੰਦਰ ਸਿੰਘ, 2 ਬੰਦੇ ਮੇਰੀ ਇਸ ਬੈਨਰ 'ਤੇ ਜਿੱਤੇ ਸੀਗੇ ਪਿਛਲੀ ਵਾਰੀ ਇਸ ਸਿੰਬਲ 'ਤੇ। ਤੁਸੀਂ ਦੱਸੋ ਉਹਦੇ ਵਿੱਚ ਮੈਨੂੰ ਕਿਹੜਾ ਸਰਕਾਰ ਨੇ ਮੇਰਾ ਮਦਦ ਕੀਤੀ ਮੇਰੀ? ਹੁਣ ਕੇਜਰੀਵਾਲ ਸਰਕਾਰ ਤੁਹਾਡੀ ਦਿੱਲੀ ਸਪੋਰਟ ਕਰ ਰਹੀ ਹੈ ਪੰਜਾਬ ਵਿੱਚ? ਇਹ ਜੇ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਭਾਜਪਾ ਸਰਕਾਰ ਵੀ ਇੱਥੇ ਚੱਲ ਰਹੀ ਹੈ ਸੈਂਟਰ, ਅਸੀਂ ਉਹਦੇ ਨਾਲ ਜੁੜੇ ਸਿੱਖਾਂ ਨੂੰ ਵੀ ਕਹਿੰਦੇ ਸਾਨੂੰ ਵੋਟਾਂ ਪਾਓ, ਸਾਨੂੰ ਜਿਤਾਓ ਅਤੇ ਅਸੀਂ ਤਾਂ ਅਪੀਲ ਕਰ ਰਹੇ ਹਾਂ ਕਿ ਪਾਓ। ਪੰਜਾਬ 'ਚ ਵੀ ਮੈਂ ਕਹਿ ਰਿਹਾ ਬਸਪਾ ਨੂੰ, ਭਾਜਪਾ ਨੂੰ, ਆਮ ਆਦਮੀ ਪਾਰਟੀ ਨੂੰ, ਕਾਂਗਰਸ ਨੂੰ, ਔਰ ਉਹ ਸਾਰੇ ਦੇ ਸਾਰੇ ਮੇਰੀਆਂ ਮੀਟਿੰਗਾਂ 'ਚ ਆ ਰਹੇ ਨੇ। ਇਹਦੀਆਂ ਰਿਪੋਰਟਾਂ ਸਾਰਿਆਂ ਕੋਲ ਨੇ, ਮੀਡੀਆ ਕੋਲ ਵੀ ਨੇ। ਉਹਦੇ ਵਿੱਚ ਹੈਰਾਨ ਨੇ ਪੋਲੀਟੀਕਲ ਪਾਰਟੀਆਂ ਵਾਲੇ ਕਿ ਇੱਕ ਪਿੰਡ ਦੇ ਵਿੱਚ ਇਹ ਸਾਰੀਆਂ ਪਾਰਟੀਆਂ ਦੇ ਲੋਕ ਇਹਦੀ ਮੀਟਿੰਗ 'ਚ ਕਿਵੇਂ ਬੈਠੇ ਹੁੰਦੇ। ਉਹਦੇ 'ਚ ਅਸੀਂ ਇਹ ਅਪੀਲ ਕੀਤੀ ਹੈ ਕਿ ਤੁਸੀਂ ਕਾਂਗਰਸ ਦੇ ਵਿੱਚ ਆ ਰਹੇ ਹੋ, ਤੁਸੀਂ ਭਾਜਪਾ ਜਾ ਰਹੇ ਹੋ, ਪਰ ਤੁਹਾਡਾ ਜਿਹੜਾ ਚਿਹਰਾ ਹੈ ਜਾਂ ਤੁਹਾਡੀ ਮੋਹਰ ਆ ਉਹ ਦਸਮ ਪਾਤਸ਼ਾਹ ਦੀ ਆ। ਤੁਸੀਂ ਆਪਣਾ ਮਰਨਾ ਪਰਨਾ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਹੋ ਅਤੇ ਫਿਰ ਇਹ ਗੁਰਦੁਆਰਾ ਜਿਹੜਾ ਹੈ ਇਕੱਲੇ ਬਾਦਲ ਦੀ ਜਗੀਰ ਕਿਉਂ ਬਣੇ? ਇਹ ਸਾਡੇ ਸਾਰਿਆਂ ਦਾ ਹੋਣਾ ਚਾਹੀਦਾ। ਚੰਗੇ ਮੈਂਬਰ ਕਿਹਾ ਸਾਰੀ ਪਾਰਟੀਆਂ ਸੇ ਜੁੜੇ ਹੋਏ ਨੇ ਤੁਹਾਡੀ ਮੀਟਿੰਗਾਂ 'ਚ ਆ ਰਹੇ ਨੇ ਤੇ ਜਿਹੜੀ ਪਾਰਟੀਆਂ ਨੇ ਮੈਂ ਕਿਹਾ ਖਾਸ ਕਰਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੁਹਾਡੀ ਸਪੋਰਟ ਕਰ ਰਹੀ ਹੈ। ਭਾਈ ਸਾਹਿਬ ਜੀ ਜਦੋਂ ਕਰੋਗੇ ਤੁਹਾਨੂੰ ਆਪੇ ਦਿਸ ਪੈਣਾ, ਤੁਹਾਨੂੰ ਆਪੇ ਦਿਸ ਪੈਣਾ। ਅਸੀਂ ਕਿਤੇ ਕਿਸੇ ਦਰ 'ਤੇ ਜਾ ਕੇ ਮੰਗਾਂਗੇ, ਕਿਸੇ CM ਦੇ ਦਰ 'ਤੇ ਜਾ ਕੇ ਬੈਠਾਂਗੇ, ਰਣਜੀਤ ਸਿੰਘ ਉੱਥੇ ਬੈਠੋ ਤਾਂ ਗੱਲ ਕਰਿਓ। ਅਸੀਂ ਹੁਣ ਕਿਸ ਤਰ੍ਹਾਂ ਕਹਿ ਸਕਦੇ ਹਾਂ ਵੀ ਤੁਸੀਂ ਸਾਨੂੰ ਵੋਟ ਨਾ ਪਵਾਇਓ ਜੀ? ਕਿਸੇ ਪਾਰਟੀ ਨੂੰ, ਭਾਜਪਾ ਨੂੰ ਅਸੀਂ ਜਾਂ ਕਾਂਗਰਸ ਨੂੰ ਅਸੀਂ ਕਿਵੇਂ ਕਹਿ ਦਈਏ ਸਾਨੂੰ ਵੋਟਾਂ ਨਾ ਪਾਉਣ ਦੇ, ਤੁਸੀਂ ਆਪਣੇ ਉਹ ਬਾਦਲ ਨੂੰ ਪਾਓ ਜਾਂ ਫਲਾਣੇ? ਅਸੀਂ ਤਾਂ ਕਹਿੰਦੇ ਹਾਂ ਕਿ ਤੁਸੀਂ ਨਿਊਟਰਲ ਰਹੋ,
ਨਿਊਟਰਲ ਰਹੋ ਤੇ ਸਾਡੀ ਇਸ ਪ੍ਰਣਾਲੀ ਦੇ ਵਿੱਚ ਆਪਣੀ ਕਰਪਸ਼ਨ ਰਾਹੀਂ ਜਿਹੜੀਆਂ ਤੁਸੀਂ ਬੋਤਲਾਂ ਵੰਡ ਕੇ ਤੇ ਸ਼ਰਾਬ ਵੰਡ ਕੇ ਤੇ ਤੁਸੀਂ ਆਪਣੇ ਬੰਦਿਆਂ ਨੂੰ ਜਿਤਾਉਂਦੇ ਹੋ, ਉਹ ਨਾ ਕਰੋ ਪਲੀਜ਼। ਇਸ ਜਿਹੜੇ ਵੀ ਇਲੈਕਸ਼ਨ ਹੁੰਦੇ ਉਹਨਾਂ 'ਚ ਸ਼ਰਾਬ ਜਿੰਨੀ ਚੱਲਦੀ ਤੁਹਾਨੂੰ ਚੰਗੀ ਤਰ੍ਹਾਂ ਪਤਾ। ਇਹ ਪ੍ਰਬੰਧਕ ਕਮੇਟੀਆਂ ਤੇ 50 ਸਾਲ ਤੋਂ ਕਬਜ਼ਾ ਕਰਨ ਵਾਲੇ ਇੱਕ ਸਾਲ ਇਹ 50 ਸਾਲਾਂ 'ਚ ਇੱਕ ਟਾਈਮ ਤੇ ਵੀ ਇਹਨਾਂ ਅੰਮ੍ਰਿਤਪਾਨ ਨਹੀਂ ਕਰਵਾ ਪਾਏ ਜਿੰਨੇ 50 ਸਾਲਾਂ 'ਚ ਇਹਨਾਂ ਨੇ ਸ਼ਰਾਬ ਪਿਆਈ ਵੋਟਾਂ ਲੈਣ ਲਈ। ਤਾਂ ਅਸੀਂ ਇਸ ਸਿਸਟਮ ਨੂੰ ਠੀਕ ਕਰਨਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਵੋਟ ਹੋਵੇ, ਜਿਹੜੀ ਸਿੱਖ ਵੋਟ ਧਰਮ ਦੀ ਵੋਟ ਹੋਵੇ, ਉਹ ਘੱਟੋ ਘੱਟ ਆਪਣੀ ਇੱਛਾ ਅਨੁਸਾਰ ਆਪਣੀ ਸ਼ਰਧਾ ਅਨੁਸਾਰ ਪਵੇ ਤੇ ਚੰਗੇ ਸਿੱਖ ਨੂੰ ਪਵੇ, ਨਾ ਕਿ ਕਿਸੇ ਪੋਲੀਟੀਕਲ ਪਾਰਟੀ ਦੇ ਦਬਾਅ ਹੇਠ ਜਾਂ ਧੜੇਬਾਜ਼ੀ ਦੇ ਹੇਠ ਪਵੇ। ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਹਰੇਕ ਸਿੱਖ ਜਿਹੜਾ ਵੀ ਕਿਤੇ ਕਿਸੇ ਵੀ ਪਾਰਟੀ ਨਾਲ ਜੁੜਿਆ, ਅਸੀਂ ਉਹਨੂੰ ਇਹ ਕਹਿੰਦੇ ਕਿ ਤੂੰ ਜਿਹੜੇ ਤੇਰੇ ਚਿਹਰੇ ਦੀ ਜਿਹੜੀ ਆਭਾ ਆ ਜਾਂ ਫਕੀਰੀ ਦਸਤਾਰ ਦੀ ਫਕੀਰੀ ਤੂੰ ਲਈ ਬੈਠਾ ਦਸਮ ਪਾਤਸ਼ਾਹ ਦੀ, ਉਹਦਾ ਵਾਸਤਾ ਆਪਣੇ ਧਰਮ ਨੂੰ ਬਚਾਉਣ ਲਈ ਸਾਡਾ ਸਾਥ ਦੇ। ਅਸੀਂ ਤਾਂ ਇਹਨਾਂ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਰਾਜਨੀਤੀ ਨਹੀਂ ਕਰਾਂਗੇ, ਅਸੀਂ ਸਿਰਫ ਗੁਰੂ ਘਰ ਦੀ ਸੇਵਾ ਕਰਾਂਗੇ। ਹਾਂਜੀ ਸਰ, ਜਿਹੜੇ ਕੈਂਡੀਡੇਟ ਤੁਹਾਡੀ ਪਾਰਟੀ ਵੱਲੋਂ ਖੜੇ ਕੀਤੇ ਜਾਣਗੇ ਉਹਨਾਂ ਦੀ ਤੁਹਾਡੇ ਵੱਲੋਂ ਕੋਈ ਲਿਸਟ ਬਣਾਈ ਗਈ ਹੈ ਜਾਂ ਕੋਈ ਐਸਾ ਪੈਮਾਨਾ ਰੱਖਿਆ ਕਿ ਘੱਟ ਤੋਂ ਘੱਟ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ? ਦੇਖੋ, ਇਹ ਜਿਹੜਾ ਐਕਟ ਆ ਨਾ, ਉਹਦੇ ਅਨੁਸਾਰ ਜਿੰਨੇ ਵੀ ਇਲੈਕਸ਼ਨ ਲੜਨੀ ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ ਐਕਟ ਅਨੁਸਾਰ। ਮਗਰ ਮਾਪਿਆਂ ਨਾਲ ਜਿਹੜੇ ਦੂਸਰੀਆਂ ਪਾਰਟੀਆਂ ਨੇ ਬਥੇਰੇ ਨੇ ਐਫੀਡੇਵਿਟ ਲਿਖ ਦਿੰਦੇ ਨੇ ਲੇਕਿਨ ਅੰਮ੍ਰਿਤਧਾਰੀ ਨਹੀਂ ਹੁੰਦੇ। ਸੁਣੋ, ਅਸੀਂ ਸਾਡੀ ਕੋਸ਼ਿਸ਼ ਇਹ ਆ, ਅਸੀਂ ਕਿਸੇ ਨੂੰ ਵੀ ਛਤਰੀ ਨਾਲ ਨਹੀਂ ਉਤਾਰਨਾ। ਅਸੀਂ ਤੁਹਾਡੇ ਕੋਲ ਜਾਣਾ ਆ, ਪ੍ਰਬੰਧਕ ਕਮੇਟੀਆਂ ਜਿਹੜੀਆਂ ਗੁਰਦੁਆਰਿਆਂ ਉਹਨਾਂ ਕੋਲ ਜਾਣਾ, ਮੇਨ ਜਿਹੜੇ ਇਲਾਕੇ ਦੇ ਸਿੱਖ ਉਹਨਾਂ ਕੋਲ ਜਾਣਾ ਕਿ ਤੁਸੀਂ ਇਕੱਠੇ ਹੋ ਕੇ ਸਾਡਾ ਸਾਥ ਦਿਓ, ਇੱਕ ਮੀਟਿੰਗ ਕਰੋ, ਉਹਦੇ ਵਿੱਚ ਤੁਹਾਨੂੰ ਜਿਹਦੇ ਤੇ ਯਕੀਨ ਹੈ ਉਹ ਸਿੱਖ ਸਾਨੂੰ ਦਿਓ, ਅਸੀਂ ਉਹਨੂੰ ਟਿਕਟ ਦੇਈਏ। ਅਗਰ ਟਿਕਟ ਦੇਣ ਦੇ ਬਾਵਜੂਦ ਇਲੈਕਸ਼ਨ ਅਗਰ ਜਿੱਤ ਹੋ ਜਾਂਦਾ ਹੈ ਫਿਰ ਉਹ ਕਿਸੇ ਪਾਰਟੀ ਨਹੀਂ, ਉਹ ਫਿਰ ਉਹ ਫਿਰ ਮਹੱਲੇ ਦੇ ਲੋਕ ਉਹਨੂੰ ਆਪੇ ਗੱਲ 'ਚ ਸਾਫਾ ਪਾਉਣਗੇ। ਤੁਹਾਡੇ ਵੱਲੋਂ ਨਹੀਂ ਤੁਹਾਡੇ ਵੱਲੋਂ ਜੇਤੂ ਹੋਵੇ ਤੇ ਬਾਅਦ ਦੇਖੋ ਭਾਈ ਸਾਹਿਬ ਜੀ, ਜਿਹੜਾ ਸਾਡੇ ਵੱਲੋਂ ਜੇਤੂ ਹੋਊਗਾ ਉਹ ਦਿੱਤਾ ਹੋਊਗਾ ਮਹੱਲੇ ਦੀ ਸੰਗਤ ਨੇ, ਇਲਾਕੇ ਦੀ ਸੰਗਤ ਨੇ। ਇਲਾਕੇ ਦੀ ਸੰਗਤ ਤੋਂ ਭੱਜ ਨਹੀਂ ਸਕਦਾ। ਜੇ ਮੈਂ ਭੇਜਿਆ ਹੋਊਗਾ ਉੱਤੋਂ ਤੇ ਮਹੱਲੇ ਦੀ ਸੰਗਤ ਦਾ ਕੋਈ ਲੈਣਾ ਦੇਣਾ ਨਹੀਂ, ਉਹ ਜਿੱਤ ਜੂਗਾ ਤਾਂ ਉਹ ਕਹਿ ਸਕਦਾ ਮੈਂ ਤੁਸੀਂ ਕਿਹੜਾ ਮੈਨੂੰ ਟਿਕਟ ਦਵਾਈ ਆ, ਜਿਹੜੀ ਪਾਰਟੀ ਮੈਨੂੰ ਟਿਕਟ ਦਿੱਤੀ ਉਹ ਜਾਣੇ ਮੈਂ ਜਾਣਾ। ਪਰ ਜਿਹਨੂੰ ਸੰਗਤ ਇਹ ਕਵੇ ਕਿ ਇਹ ਸਾਡਾ ਕੈਂਡੀਡੇਟ ਆ, ਇਹ ਤਾਂ ਸਾਨੂੰ ਯਕੀਨ ਹੈ ਅਸੀਂ ਵੋਟਾਂ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਕਿਰਦਾਰ ਹੈ ਉਹ ਮਹੱਲੇ ਵਾਲੇ ਜਾਣਦੇ, ਅਸੀਂ ਨਹੀਂ ਜਾਣਦੇ। ਚੰਗੇ ਕਿਰਦਾਰ ਦਾ ਸਿੱਖ ਮਹੱਲੇ ਵਾਲੇ ਹੀ ਲੱਭ ਸਕਦੇ, ਅਤੇ ਜਿਹਨੂੰ ਉਹ ਸਿਫਾਰਿਸ਼ ਕਰਨਗੇ ਅਸੀਂ ਉਹਨੂੰ ਘਰ ਜਾ ਕੇ ਟਿਕਟ ਦੇਵਾਂਗੇ। ਜਿਹੜੀਆਂ ਪਾਰਟੀਆਂ ਅਸੀਂ ਵੀ ਲੱਭਾਂਗੇ ਜਿਹੜੀਆਂ ਪਾਰਟੀਆਂ ਆਲਰੇਡੀ ਇਲੈਕਸ਼ਨ ਲੜ ਰਹੀਆਂ ਨੇ, ਜਿਵੇਂ ਸਰਨਾ ਗਰੁੱਪ ਦੀ ਗੱਲ ਕਰ ਲਈਏ, ਬਾਦਲ ਗਰੁੱਪ ਦੀ ਗੱਲ ਕਰ ਲਈਏ, ਮਨਜੀਤ ਸਿੰਘ ਜੀਕੇ ਨੇ ਜਾਗੋ ਪਾਰਟੀ ਬਣਾਤੀ ਹੈ, ਅਗਰ ਇਹਨਾਂ ਦਾ ਕੋਈ ਮੈਂਬਰ ਤੁਹਾਡੇ ਕੋਲ ਉਸ ਪਾਰਟੀ ਨੂੰ ਛੱਡ ਕੇ ਆਉਂਦਾ ਤੁਸੀਂ ਵੈਲਕਮ ਕਰੋਗੇ? ਸਾਡੇ ਕੋਲ ਮੈਨੂੰ ਨਹੀਂ ਲੱਗਦਾ ਸਾਡੇ ਕੋਲ ਕੋਈ ਇਹੋ ਜਿਹਾ ਮੈਂਬਰ ਤੁਹਾਨੂੰ ਦਿਸੇ ਤਾਂ ਤੁਸੀਂ ਅਗਰ ਕੋਈ ਆਏਗਾ ਤਾਂ ਕੀ ਤੁਸੀਂ ਉਹਨੂੰ ਐਕਸੈਪਟ? ਨਹੀਂ ਅਸੀਂ ਦੇਖਾਂਗੇ ਮੈਂਬਰ ਕਿਹੋ ਜਿਹਾ, ਉਹਦਾ ਕਿਰਦਾਰ ਕੀ ਆ, ਉਹਨੇ ਪਿਛਲੇ ਸਾਲਾਂ 'ਚ ਕੀ ਸੇਵਾ ਕੀਤੀ ਆ, ਉਹ 'ਤੇ ਕੋਈ ਬਲੇਮ ਤਾਂ ਨਹੀਂ, ਉਹ 'ਤੇ ਕੋਈ ਕੇਸ ਦਰਜ ਤਾਂ ਨਹੀਂ ਹੋਇਆ। ਇਹ ਸਾਰੀਆਂ ਗੱਲਾਂ ਦੇਖਾਂਗੇ। ਕਿਉਂਕਿ ਅਕਾਲ ਤਖਤ ਦੀ ਜਥੇਦਾਰ ਦੀ ਸੇਵਾ ਨਿਭਾਈ ਹੈ, ਹਾਂ, ਉਸ ਦੌਰਾਨ ਜਥੇਦਾਰ ਦੀ ਪਦਵੀ ਨੂੰ ਲੈ ਕੇ ਸਿੱਖਾਂ 'ਚ ਲੰਬੇ ਟਾਈਮ ਤੋਂ ਵਿਚਾਰਧਾਰਾ ਚੱਲਦਾ ਆ ਰਿਹਾ ਕਿ ਜਥੇਦਾਰ ਦਾ ਅਹੁਦਾ ਆਜ਼ਾਦ ਹੋਣਾ ਚਾਹੀਦਾ ਹੈ। ਸੰਸਾਰ ਦੇ ਪਾਰਲੀਮੈਂਟ ਦੀ ਵੀ ਗੱਲ ਚੱਲੀ ਸੀ, ਜਸਟਿਸ ਕੁਲਦੀਪ ਸਿੰਘ ਹੋਰਾਂ ਨਾਲ ਮਿਲ ਕੇ ਤੁਹਾਡੀ ਸੀ ਕੌਂਸਲ ਵੀ ਬਣੀ ਸੀ 1998 'ਚ। ਅਤੇ ਕੀ ਜਥੇਦਾਰ ਗੁਰਚਰਨ ਸਿੰਘ ਤੋੜਾ ਨੇ ਸਭ ਤੋਂ ਅਕਾਲ ਤਖਤ ਦੇ ਜਥੇਦਾਰ ਦੀ ਜ਼ਰੂਰਤ ਤੋਂ ਕੀਤੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਜ਼ਰੂਰਤ ਤੋਂ? ਅਸਲ 'ਚ ਨਾ ਇਹ ਸਿਸਟਮ ਜਿਹੜਾ ਜਥੇਦਾਰ ਅਕਾਲ ਤਖਤ ਆਪਣੇ ਆਪ 'ਚ ਕੋਈ ਪਦਵੀ ਨਹੀਂ, 5 ਸਿੰਘ ਸਾਹਿਬਾਨ ਦੀ ਪਦਵੀ ਹੁੰਦੀ ਆ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਮੇਰਾ ਸਰੀਰ ਨੇ, ਜਿਨ੍ਹਾਂ ਨੂੰ ਅਸੀਂ ਸੰਗਤ ਦੇ ਵਿੱਚ ਪ੍ਰਸ਼ਾਦ ਸਭ ਤੋਂ ਪਹਿਲਾਂ ਦਿੰਦੇ ਇਸ ਕਰਕੇ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦਰਸ਼ਨ ਖਾਲਸੇ ਕਾ। ਉਹ ਜਿਹੜੇ 5 ਸਿੰਘ ਸਾਹਿਬਾਨ ਨੇ ਉਹਨਾਂ ਦਾ ਇੱਕ ਬੁਲਾਰਾ ਕਹਿ ਲਓ, ਉਹਨਾਂ ਦਾ ਸਪੋਕਸਮੈਨ ਕਹਿ ਲਓ, ਉਹਨਾਂ ਦਾ ਜਥੇਦਾਰ ਕਹਿ ਲਓ। ਇਹ ਜਿਹੜੀ ਪੋਸਟ ਆ ਇਹ ਸਿਧਾਂਤ ਆ, ਲੇਕਿਨ ਅੱਜ ਨੌਕਰ ਬਣ ਗਈ, ਇਸ ਕਰਕੇ ਗੜਬੜ ਹੋ ਰਹੀ ਹੈ। ਇਹ ਨੌਕਰ ਬਣਾਇਆ ਪ੍ਰਬੰਧਕ ਕਮੇਟੀ ਦੇ ਐਕਟ ਤੋਂ ਬਾਅਦ ਜਦੋਂ ਉਪ ਨਿਯਮ ਬਣੇ ਉਹਨਾਂ ਨੇ ਬਣਾਇਆ, ਇਸ ਕਰਕੇ ਕਿ 5 ਸਿੱਖਾਂ ਦੀ ਸਰਦਾਰੀ ਨਾ ਹੋ ਕੇ ਸਾਡੀ ਪਾਰਟੀ ਦੀ ਜਾਂ ਮੇਰੀ ਸਰਦਾਰੀ ਰਹੇ। ਪਹਿਲਾਂ ਤਾਂ ਪਾਰਟੀ ਦੀ, ਫਿਰ ਪਾਰਟੀ ਦੇ ਵਿੱਚੋਂ ਮੇਰੀ ਸਰਦਾਰੀ ਰਹੇ ਅਤੇ ਮੈਂ ਜਿਹਨੂੰ ਮਰਜ਼ੀ ਜਥੇਦਾਰ ਬਣਾਵਾਂ ਅਤੇ ਜੋ ਮਰਜ਼ੀ ਹੁਕਮ ਕਰਾਵਾਂ। ਇਹ ਪਾਲਿਸੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ, ਪਰ ਅੰਗਰੇਜ਼ ਚਲੇ ਗਏ ਅਤੇ ਉਦੋਂ ਬਾਅਦ ਉਹਦਾ ਲਾਹਾ ਬਾਦਲ ਲੈਣ ਲੱਗ ਪਿਆ, ਜਿਸ ਤਰ੍ਹਾਂ ਅੱਜ ਉਹ ਲੈ ਰਿਹਾ।
ਇਹ ਪਦਵੀ ਜਿਹੜੀ ਆ ਇਹ ਗੁਰੂ ਕਾਲ ਤੋਂ ਚੱਲੀ ਆ ਰਹੀ। ਦਸਮ ਪਾਤਸ਼ਾਹ ਨੇ ਜਦੋਂ 1699 ਚ 5 ਸਿੰਘ ਸਾਜੇ ਤੇ 5 ਨੂੰ ਗੁਰਤਾ ਦਿੱਤੀ, ਜੋ ਉਹਨਾਂ ਦੀ ਜਿਹੜੀ ਇਹ ਬਚਨ ਸਨ ਉਹ ਕੰਕਣ ਕਵੀ ਨੇ, ਜਿਹੜਾ ਸਮਕਾਲੀ ਕਵੀ ਸੀ, ਉਹਨੇ ਲਿਖਿਆ ਵਾਹਿਗੁਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਧਰਾਇਆ। ਜਿਹੜੇ 5 ਸੀਗੇ ਉਹਨਾਂ ਨੂੰ ਗੁਰੂ ਖਾਲਸਾ ਕਹਿ ਕੇ ਬੁਲਾਇਆ ਗੁਰੂ ਸਾਹਿਬ ਨੇ। गुरु खालसा नाम धराया तुम मेरे मैं तुमरा हुआ तुमरा हमरा गुरु न दुआ। जग में हो पखंड अनेका जो मम सिख न माने एका। तामन कर कोई पीतन चावे तो भी मम सिखन नहीं पावे। जेह बिद पौल गुरदई तेह बिद तिन स्यों लीन। आप तिनका चेला भया इउं सतगुरु कीन। गुरु साहब उन्होंने आप चेला बने तो उन्होंने आप बनाया। ये प्रथा ये सिद्धांत दिखाती है, एक्ट नहीं। एक्ट होंदा ਇੰਨੇ ਸਾਲਾਂ ਦਾ ਨੌਕਰੀ ਲੱਗੂਗਾ, ਇੰਨੇ ਸਾਲ ਦਾ ਰਿਟਾਇਰ ਹੋਊਗਾ। ਅੱਜ ਜਿਹੜਾ ਜਥੇਦਾਰ ਉਹ ਨੌਕਰੀ ਤੋਂ ਵੀ ਥੱਲੇ ਜਾ ਕੇ ਜਿਹੜੀ ਦਿਹਾੜੀ ਹੁੰਦੀ ਆ ਉਹਦੇ ਤੇ ਆ ਗਿਆ। ਬਿੱਲ ਮੁਕਤਾ ਸ਼ਬਦ ਆ ਗਿਆ ਕਿ ਬਿੱਲ ਮੁਕਤਾ ਦਾ ਮਤਲਬ ਹੁੰਦਾ, ਉਰਦੂ 'ਚ ਬਿੱਲ ਮੁਕਤਾ ਕਹਿੰਦੇ ਦਿਹਾੜੀਦਾਰ ਨੂੰ ਜਾਂ ਡੇਲੀ ਵੇਜਰ ਨੂੰ, ਜਿਹਨੂੰ ਤੁਸੀਂ ਅੱਜ ਕੱਢ ਦਿਓ ਤੇ ਅਗਲੇ ਦਿਨ ਉਹ ਕੋਰਟ 'ਚ ਜਾਵੇ ਤੇ ਉਹਦਾ ਮੁੱਲ ਨਾ ਪਵੇ। ਉਹ ਕਿਹਾ ਜਾਂਦਾ ਕਿ ਇਹਨੂੰ ਇਸ ਕੰਮ ਲਈ ਰੱਖਿਆ ਸੀ, ਉਹ ਕੰਮ ਪੂਰਾ ਹੋ ਗਿਆ, ਅਸੀਂ ਕੱਢ ਦਿੱਤਾ। 1925 ਦੇ ਐਕਟ ਤੇ ਹੈਡ ਪ੍ਰੀਸਟ ਮੰਨਿਆ ਗਿਆ ਜਥੇਦਾਰ ਨਾ ਇਹ ਦੇਖੋ, ਇਹ ਸੁਣੋ, ਜਿਹੜਾ ਐਕਟ ਬਣਿਆ ਉਹ ਬਣਾਇਆ ਸਰਕਾਰ ਨੇ, ਪਾਰਲੀਮੈਂਟ ਨੇ। ਜਿਹੜੇ ਗੁਰੂ ਨੇ ਸਿਧਾਂਤ ਬਣਾਏ ਨੇ, ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਦੇ ਨੇ। ਇਹ ਸਿਧਾਂਤ ਆ, ਇਹ ਪਦਵੀ ਆ, ਤੇ ਪਦਵੀ ਜਿਹੜੀ 98 ਸਾਲ ਦੇ ਬਾਬਾ ਬੁੱਢਾ ਨੂੰ ਬਿਠਾਉਂਦੀ ਆ, ਤੇ ਐਕਟ ਜਿਹੜਾ 58 ਸਾਲ ਦੇ ਨੂੰ ਰਿਟਾਇਰ ਕਰਦਾ। ਉਹ ਜਿਹੜਾ ਐਕਟ ਬਣਾਇਆ ਉਹ ਬਣਿਆ 1925 ਚ। ਸਿਧਾਂਤ ਬਣੇ ਸਦੀਆਂ ਪਹਿਲਾਂ। ਜਿਹੜਾ ਐਕਟ ਬਣਾਇਆ ਉਹ ਐਕਟ ਦੇ ਵਿੱਚ ਵੀ ਇਹ ਨਹੀਂ, ਜਿਹੜੇ ਉਪ ਨਿਯਮ ਬਣਾਏ ਉਹਨਾਂ 'ਚ ਸਿੰਘ ਸਾਹਿਬ ਕਹਿ ਕੇ ਨੌਕਰ ਕਰ ਲਿਆ। ਠੀਕ ਆ ਜੀ। ਉਹ ਜਿਹੜਾ ਹੁਣ ਨੌਕਰ ਕਰ ਲੈਂਦੇ ਨੇ ਉਹ ਸਾਡੇ ਸਿਧਾਂਤ ਦੇ ਵਿੱਚ ਹੈ ਨਹੀਂ। ਸਾਡੇ ਸਿਧਾਂਤ 'ਚ ਇਹ ਆ ਕਿ ਫਰਜ਼ ਕਰ ਲਓ ਅਸੀਂ 5 ਚੋਂ ਰਣਜੀਤ ਸਿੰਘ ਮਾੜਾ ਨਿਕਲ ਆਇਆ। 4 ਸਿੱਖਾਂ ਨੇ ਇਹ ਮਹਿਸੂਸ ਕੀਤਾ ਕਿ ਰਣਜੀਤ ਸਿੰਘ ਮਾੜਾ ਹੈ, ਇਹਦੇ ਵਿੱਚ ਲੱਗਣ ਦੇ ਲਾਇਕ ਨਹੀਂ। ਉਹ ਮਹਾਦੋਸ਼ ਲਾ ਕੇ ਮੈਨੂੰ ਕੱਢ ਸਕਦੇ, ਮਹਾਦੋਸ਼ ਲਾ ਕੇ 4 ਇੱਕ ਹੋਰ ਸਿੱਖ ਨੂੰ ਨਾਮ ਲੈ ਕੇ ਮੈਨੂੰ ਉਹ ਪੰਥ ਪ੍ਰਣਾਲੀ 'ਚੋਂ ਕੱਢ ਸਕਦੇ ਆ, ਲੇਕਿਨ ਸਰਕਾਰ ਨਹੀਂ ਕੱਢ ਸਕਦੀ। ਤੁਸੀਂ ਹਵਾਲਾ ਦਿੱਤਾ ਅਰੂਪ ਸਿੰਘ ਦਾ ਵੀ, ਤੇ ਮੇਰਾ ਸਵਾਲ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਵੱਧ ਦੁਰਵਰਤੋਂ ਜਥੇਦਾਰ ਦੀ ਕੀਤੀ ਹੈ ਬਾਬਤ ਦੇ ਕਿ ਨਾ ਗੁਰਚਰਨ ਦੀ ਤੋੜਾ ਨਹੀਂ ਕੀਤੀ। ਦੇਖੋ ਜੀ, ਟੌੜੇ ਦਾ ਜ਼ਮਾਨਾ ਤੇ ਤੁਹਾਨੂੰ ਤੁਸੀਂ ਵੀ ਘੱਟ ਦੇਖਿਆ, ਉਹ ਤੇ ਅਸੀਂ ਵੀ ਘੱਟ ਦੇਖਿਆ। ਬਾਦਲ ਤੇ 30 ਸਾਲ ਤੋਂ ਅਸੀਂ ਦੇਖ ਰਹੇ ਹਾਂ ਜੋ ਕੁਝ ਕਰ ਰਿਹਾ। ਹਾਂਜੀ, ਬਾਕੀ ਇਹ ਆ ਕਿ ਕਿਤੇ ਨਾ ਕਿਤੇ ਪਹਿਲਾਂ ਸ਼ਰਮਸਾਰ ਹੁੰਦੀ ਸੀ ਮਾੜੀ ਮੋਟੀ ਕਿ ਲੋਕ ਕੀ ਕਹਿਣਗੇ, ਇਹ ਤੇ ਹੁਣ ਉਹ ਵੀ ਜਾਂਦੀ ਰਹੀ। ਨਹੀਂ, ਮੈਂ ਬਰੀ ਨਾ ਤੁਹਾਨੂੰ ਕਰਦਾ, ਨਾ ਬਾਦਲ ਨੂੰ ਕਰਦਾ, ਨਾ ਟੌੜੇ ਨੂੰ ਕਰਦਾ, ਨਾ ਆਪਣੇ ਆਪ ਨੂੰ ਕਰਦਾ। ਮੈਂ ਤੇ ਜਿਹੜੇ ਸਾਡੇ ਸਿਧਾਂਤ ਨੇ ਗੁਰੂ ਸਾਹਿਬ ਨੇ ਬਣਾਏ ਉਹਨਾਂ ਦੀ ਕਦਰ ਕਰਦਾ, ਤੇ ਮੈਂ ਚਾਹੁੰਦਾ ਕਿ ਉਹ ਆਜ਼ਾਦ ਹਸਤੀ 'ਚ ਆਪਣੀ ਥਾਂ ਲੈਣ। ਦੋ ਬੰਦੇ ਗੱਲ ਹੋਈ ਨਾ, ਇੱਕ ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਤੋੜਾ ਜਿਹੜੇ ਸਭ ਤੋਂ ਜ਼ਿਆਦਾ ਕਾਬੂ ਰਹੇ ਨੇ ਸ਼੍ਰੋਮਣੀ ਕਮੇਟੀ ਦੇ। ਹਾਂ ਕਿ ਤੋੜਾ ਸਾਹਿਬ ਨੇ ਜ਼ਿਆਦਾ ਦੁਰਵਰਤੋਂ ਕੀਤੀ। ਉਹ ਦੁਰਵਰਤੋਂ ਭਾਈ ਸਾਹਿਬ ਜੀ, ਦੁਰਵਰਤੋਂ ਜਾਂ ਜਿਹੜੀ ਉਹ ਦੁਰਵਰਤੋਂ ਦੀ ਗੱਲ ਤੇ ਅੱਜ ਹੋ ਰਹੀ ਆ। ਜਿਹੜੇ ਤੁਸੀਂ 10 ਸਾਲਾਂ 'ਚ 10 ਜਥੇਦਾਰ ਬਦਲ ਦਿੱਤੇ, ਤੇ ਜਿਹੜੇ ਪਹਿਲੇ ਜਥੇਦਾਰ ਸੀ ਉਹਨਾਂ ਨੂੰ ਕੰਮ ਹੀ ਨਹੀਂ ਕਰਨ ਦਿੱਤਾ, ਉਹਨਾਂ ਤੇ ਕੋਈ ਰੋਪ ਹੀ ਹੈ ਨਹੀਂ। 1925 ਤੋਂ ਲੈ ਕੇ ਦੇਖੋ, ਇੱਕ ਨਿਰੰਕਾਰੀਆਂ ਨੂੰ ਪੰਚੋ ਛੇਕਣ ਦੇ ਮਾਮਲੇ ਨੂੰ ਲੈ ਕੇ ਛੱਡ ਕੇ ਤੇ ਬਾਕੀ ਦੱਸੋ ਕਿਹੜਾ ਕੰਮ ਕੀਤਾ ਹੈ ਪ੍ਰਬੰਧਕ ਕਮੇਟੀ ਦੇ ਬਣਾਏ ਜਥੇਦਾਰਾਂ ਨੇ? ਕੋਈ ਦੱਸੋ, ਇੱਕ ਹਵਾਲਾ ਦਿਓ। ਉਹਨਾਂ ਨੂੰ ਕੰਮ ਹੀ ਨਹੀਂ ਕਰਨ ਦਿੱਤਾ, ਦਿਖਾਵੇ ਲਈ ਰੱਖ ਲਏ। ਜੇ ਕਿ ਵਿਰੋਧੀ ਨੂੰ ਸਜ਼ਾ ਦਿਵਾਉਣੀ ਆ ਤੇ ਉਹਨੂੰ ਵਰਤ ਲਿਆ, ਤੇ ਜੇ ਨਹੀਂ ਲੋੜ ਤੇ ਆਪਣੇ ਖਿਤਾਬ ਲੈਣ ਲਈ ਵਰਤ ਲਿਆ, ਤੇ ਨਹੀਂ ਤੇ ਕੌਮੀ ਕਾਰਜਾਂ ਲਈ ਉਹਨਾਂ ਨੂੰ ਕਿਤੇ ਵਰਤਿਆ ਨਹੀਂ ਗਿਆ। ਕੌਮੀ ਕਾਰਜਾਂ ਲਈ ਉਹਨਾਂ ਨੂੰ ਕਿਤੇ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ। ਤੋ ਜਥੇਦਾਰ ਅਕਾਲ ਤਖਤ ਜਿਹੜਾ ਹੁੰਦਾ ਹੈ ਜਾਂ 5 ਸਿੰਘ ਸਾਹਿਬਾਨ ਹੁੰਦੇ ਆ, ਉਹ ਦਸਮ ਪਾਤਸ਼ਾਹ ਦਾ ਸਰੀਰ ਨੇ। ਉਹ ਗੁਰੂ ਦਸਮ ਪਾਤਸ਼ਾਹ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਕੋਈ ਵੀ ਗੁਰਮਤਾ ਕਰ ਸਕਦੇ ਜਿਹੜਾ ਤਰਜਮਾਨੀ ਕਰਦਾ ਹੋਵੇ ਸਿੱਖ ਸਮਾਜ ਦੀ, ਸਿੱਖ ਕੌਮ ਦੀ। ਉਹ ਉਹਨਾਂ ਨੂੰ ਹੱਕ ਨਹੀਂ ਮਿਲਿਆ, ਉਹ ਨਾ ਕਰ ਦਿੱਤਾ। ਅੱਜ ਜੇ ਅਸੀਂ ਕੁਝ ਚਾਹੁੰਦੇ ਆ ਜਾਂ ਸਾਡੀ ਰੀਝ ਆ ਤਾਂ ਇਹ ਆ ਕਿ ਦਸਮ ਪਾਤਸ਼ਾਹ ਨੇ ਜਿਹੜੇ ਸੰਕਲਪ ਲੈ ਕੇ ਇਹਨੂੰ ਪਦਵੀ ਦਿੱਤੀ ਸੀ, ਗੁਰਤਾ ਗੱਦੀ ਦਿੱਤੀ ਸੀ, ਉਹ ਆਜ਼ਾਦ ਹੋਵੇ, ਆਪਣੀ ਥਾਂ ਲਵੇ। ਉਹ ਆਜ਼ਾਦ ਤਾਂ ਹੋਣੀ ਆ ਜਦੋਂ ਪ੍ਰਬੰਧਕ ਕਮੇਟੀ ਚੰਗੇ ਹੱਥਾਂ 'ਚ ਆਊਗੀ, ਬੜੇ ਖੁੱਲ੍ਹੇ ਦਿਮਾਗ ਦੇ ਸਿੱਖਾਂ 'ਚ ਆਊਗੀ, ਜਿਨ੍ਹਾਂ ਨੂੰ ਰਾਜਸੀ ਲਾਹਾ ਲੈਣ ਦੀ ਤਕਲੀਫ ਨਹੀਂ ਹੋਊਗੀ, ਜਾਂ ਕੋਈ ਲਾਲਚ ਨਹੀਂ ਹੋਊਗਾ। ਤੋ ਉਹ ਜਿੰਨੀ ਦੇਰ ਤੱਕ ਇਹ ਰਾਜਸੀ ਲੋਕ ਜਿਹੜੇ ਪ੍ਰਬੰਧਕ ਕਮੇਟੀ ਦੇ ਕਾਬਜ਼ ਨੇ, ਉਹ ਸਾਡੇ ਗੁਰੂ ਦੀ ਪ੍ਰਣਾਲੀ ਨੂੰ ਨਹੀਂ ਚੱਲਣ ਦੇਣਗੇ। ਜਿੰਨੀ ਦੇਰ ਗੁਰੂ ਦੀ ਪ੍ਰਣਾਲੀ ਨਹੀਂ ਚੱਲਦੀ,
ਉਨੀ ਦੇਰ ਤੱਕ ਅਸੀਂ ਕਿਸੇ ਵੀ ਥਾਂ ਤੇ ਜਾਂ ਕਿਸੇ ਵੀ ਮੁਕਾਮ ਤੇ ਜਾਂ ਕਿਸੇ ਵੀ ਫੀਲਡ ਦੇ ਵਿੱਚ ਜਿੱਤ ਨਹੀਂ ਪ੍ਰਾਪਤ ਕਰ ਸਕਦੇ। ਇੱਕ ਅਕੇਲਾ ਸਵਾਲ ਜਿੱਦਾਂ ਮੈਂ ਕਰਨਾ ਚਾਹਾਂਗਾ, ਜੋ ਤੁਹਾਡਾ ਪੰਥਕ ਚਿਹਰਾ ਸਾਡੀ ਕੌਮ ਦੇ ਜਿੰਨੇ ਵੀ ਵੱਡੇ ਬੈਠੇ ਨੇ ਪੰਥਕ ਚਿਹਰੇ ਵਾਲੇ ਇਹ ਗੱਲਾਂ ਸਾਰੇ ਵਰਤਦੇ ਆ ਰਹੇ ਹਨ ਜਿਵੇਂ ਕਿ ਜੀ ਸਾਡੇ ਗੁਰਦੁਆਰਿਆਂ ਦੇ ਅੰਦਰ ਅੰਗਰੇਜ਼ਾਂ ਵੱਲੋਂ ਤੇ ਬਾਕੀ ਸਰਕਾਰਾਂ ਦੇ ਵੱਲੋਂ ਇਲੈਕਸ਼ਨ ਸਿਸਟਮ ਥੋਪ ਦਿੱਤਾ ਗਿਆ, ਜਦਕਿ ਸਿੱਖ ਕੌਮ ਦੇ ਫੈਸਲੇ ਹਮੇਸ਼ਾ ਸਿਲੈਕਸ਼ਨ ਦੇ ਨਾਲ ਹੁੰਦੇ ਸੀ। ਮਾਫ ਕਰਨਾ, ਅੱਜ ਤੁਸੀਂ ਉਸੇ ਇਲੈਕਸ਼ਨ ਸਿਸਟਮ ਵਿੱਚ ਆ ਚੁੱਕੇ ਹੈਗੇ ਹੋ। ਮੇਰਾ ਸਵਾਲ ਪੂਰਾ ਹੋ ਗਿਆ। ਹਮੇਸ਼ਾ ਅਕਾਲ ਤਖਤ ਸਾਹਿਬ ਦੇ ਅੱਗੇ ਸਬਰ ਖਾਲਸਾ ਸੱਦਿਆ ਜਾਂਦਾ ਸੀ। ਅਗਰ ਅਸੀਂ 84 ਵੇਲੇ ਦੀ ਗੱਲ ਕਰ ਲਈਏ, 86 ਵੇਲੇ ਦੀ ਗੱਲ ਕਰੀਏ, ਹਜ਼ਾਰਾਂ ਲੱਖਾਂ ਦਾ ਅਗਰ ਅਕਾਲ ਤਖਤ ਸਾਹਿਬ ਵਿੱਚ ਹੁੰਦਾ ਸੀ ਤਾਂ ਕੌਮ ਦੇ ਫੈਸਲੇ ਲਏ ਜਾਂਦੇ ਸਨ। ਮੌਜੂਦਾ ਸਮਾਂ ਦੇ ਅੰਦਰ ਅਗਰ ਦੇਖ ਲਈਏ ਗੁਰਦੁਆਰਾ ਸਾਹਿਬ ਦੀ ਬੇਨਤੀ ਲਈ ਜਦੋਂ ਸੰਗਤ ਉੱਤੇ ਇਕੱਠੀ ਹੋਈ ਤੇ ਐਸਜੀਪੀਸੀ ਦੀ ਟਰਾਂਸਪੋਰਟ ਕਹਿ ਲਈਏ, ਗੁੰਡੇ ਕਹਿ ਲਈਏ, ਜੋ ਮਰਜ਼ੀ ਕਰੀਏ, ਡਾਂਗਾ ਦੇ ਉੱਤੇ ਕਰਕੇ ਕੌਮ ਨੂੰ ਬਾਹਰ ਕੱਢ ਦਿੱਤਾ ਗਿਆ। ਇਲੈਕਸ਼ਨ ਸਿਸਟਮ ਤੁਸੀਂ ਸਾਰੇ ਕਹਿੰਦੇ ਹੋ ਕਰਪਟ ਹੈ, ਤੁਸੀਂ ਵੀ ਅੱਜ ਉਸੇ ਸਿਸਟਮ ਵਿੱਚ ਹੋ, ਤੇ ਜਿਹੜਾ ਸਿਲੈਕਸ਼ਨ ਸਿਸਟਮ ਹੈ ਸਾਡੀ ਕੌਮ ਕੋਲ ਨਹੀਂ, ਤੇ ਫਿਰ ਹੱਲ ਕਿਵੇਂ ਨਿਕਲੇ? ਦੇਖੋ, ਜਿਹੜਾ ਸਿਲੈਕਸ਼ਨ ਹੈ ਗੁਰੂ ਸਾਹਿਬ ਜੀ ਦੀ ਗੁਰੂ ਕਾਲ ਤੋਂ ਜਿਹੜੀ ਚੱਲੀ ਆ ਰਹੀ ਹੈ, ਇਹ ਸਿਲੈਕਸ਼ਨ ਦੀ ਥਾਂ ਤੇ ਸਿਲੈਕਸ਼ਨ ਹੀ ਲੈ ਸਕਦੀ ਆ। ਉਹ ਸਿਲੈਕਸ਼ਨ ਆਉਂਦੀ ਆ ਜਦੋਂ ਤੁਸੀਂ 5 ਪਿਆਰਿਆਂ ਨੂੰ ਚੁਣਦੇ ਹੋ, 5 ਪਿਆਰਿਆਂ ਦੀ ਚੋਣ ਕਰਦੇ ਹੋ। ਜਦੋਂ ਤੁਸੀਂ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੀ ਚੋਣ ਕਰਦੇ ਹੋ, ਘੱਟੋ ਘੱਟ ਜਿਹੜੀਆਂ ਗੁਰੂ ਕਾਲ ਤੋਂ ਪਦਵੀਆਂ ਚੱਲੀਆਂ ਆ ਰਹੀਆਂ, ਜਿਵੇਂ ਬਾਬਾ ਬੁੱਢਾ ਜੀ 98 ਸਾਲ ਦੇ ਨਿਯੁਕਤ ਹੁੰਦੇ ਨੇ ਤੇ ਅੱਜ ਜਿਹੜਾ ਗ੍ਰੰਥੀ 58 ਸਾਲ 'ਚ ਰਿਟਾਇਰ ਹੋ ਜਾਂਦਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਿਲੈਕਸ਼ਨ 'ਚ ਆਉਂਦੀਆਂ ਨੇ। ਤੇ ਇਹ ਸਿਲੈਕਸ਼ਨ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਸਰਦਾਰੀ ਹੱਥੋਂ ਜਾਂਦੀ ਹੈ। ਵੀ ਜਿਹੜੀ ਸੱਤਾ ਦੀ ਪਾਵਰ ਆ ਉਹ ਆਪਣੇ ਕਬਜ਼ੇ 'ਚ ਨਹੀਂ ਰਹਿੰਦੀ। ਉਹ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਉਹਦਾ ਵਿਕੇਂਦਰੀਕਰਨ ਕੀਤਾ ਸੀ, ਵਿਸ਼ਾਲ ਦਿਲੀ ਨਾਲ ਆਪਣੇ ਬੱਚਿਆਂ ਨੂੰ ਦੂਰ ਰੱਖ ਕੇ ਤੇ ਪਾਤਸ਼ਾਹੀ ਦੂਸਰਿਆਂ ਨੂੰ ਦਿੱਤੀ ਸੀ, ਉਹ ਇਹ ਨਹੀਂ ਕਰਨਾ ਚਾਹੁੰਦੇ। ਲੇਕਿਨ ਤੁਸੀਂ ਜੇ ਸਿਲੈਕਸ਼ਨ ਵੀ ਜਿਹੜੀ ਲਾਗੂ ਕਰਾਉਣੀ ਆ ਅਕਾਲ ਤਖਤ ਸਾਹਿਬ 'ਤੇ ਜਾਂ ਬਾਬਾ ਬੁੱਢਾ ਦੀ ਪਦਵੀ 'ਤੇ, ਤਾਂ ਵੀ ਤੁਹਾਨੂੰ ਪ੍ਰਬੰਧਕ ਕਮੇਟੀ ਜਿਹੜੇ ਸਿਸਟਮ ਦੇ ਵਿੱਚ ਬਣੀ ਆ ਉਹਦੇ ਵਿੱਚ ਆ ਕੇ ਜਿੱਤਣੀ ਪਊਗੀ, ਫਿਰ ਤੁਸੀਂ ਕਰ ਸਕਦੇ, ਨਹੀਂ ਤਾਂ ਨਹੀਂ ਕਰ ਸਕਦੇ। ਹੁਣ ਇੱਥੇ ਜਿਹੜਾ ਤੁਸੀਂ ਜਿਹੜਾ ਸਰਬੱਤ ਖਾਲਸੇ ਦੀ ਗੱਲ ਕਰਦੇ, ਉਹਨੂੰ ਮਾਨਤਾ ਨਹੀਂ ਦਿੰਦਾ ਕੋਈ, ਉਹਨੂੰ ਮਾਨਤਾ ਕੌਣ ਦਊਗਾ? ਨਹੀਂ, ਉਹ ਦੌੜਦੀ ਹੈ, ਇਹ ਉਹਨਾਂ ਦੀ ਨਲਾਇਕੀ ਆ। ਮੈਂ ਪਿੱਛੇ ਜੇ ਜਦੋਂ ਇਹਨਾਂ ਨੇ ਲੱਤਾਂ ਬਾਹਾਂ ਤੋੜੀਆਂ, ਉਹਨਾਂ 'ਚ ਗੁੰਡੇ ਲਿਆਂਦੇ ਇਹਨਾਂ ਨੇ, ਉਹਨਾਂ ਗੁੰਡਿਆਂ ਨੂੰ ਲੱਖ ਲੱਖ ਰੁਪਏ ਦੇ ਚੈੱਕ ਦਿੱਤੇ ਨੇ। ਮੈਂ ਆਰੋਪ ਲਾ ਚੁੱਕਾ ਹਾਂ। ਮੈਂ ਅੱਜ ਵੀ ਕਹਿਣਾ ਕਿ ਬੀਬੀ ਜਗੀਰ ਕੌਰ ਜਾਂ ਇਹ ਬਾਦਲ ਸਾਹਿਬ ਦਾ ਜਥੇਦਾਰ ਕਵੇ ਕਿ ਮੈਂ ਝੂਠ ਬੋਲਦਾ ਤੇ ਮੈਂ ਉਹਦੇ ਪ੍ਰੂਫ ਦਊਂਗਾ, ਜਾਂ ਤੁਸੀਂ ਕਹਿ ਦਿਓ ਮੈਂ ਝੂਠ ਬੋਲਦਾ ਤੇ ਮੈਂ ਪ੍ਰੂਫ ਦਊਂਗਾ ਉਹਦੇ ਜਿਹੜੇ ਚੈੱਕ ਦਿੱਤੇ ਨੇ। ਫਿਰ ਮੈਂ ਸਾਬਤ ਕਰੂੰਗਾ ਕਿ ਨੌਕਰ ਨਹੀਂ ਗੇ। ਇਹ ਜਿਹੜਾ ਜਥੇਦਾਰ ਹੈ ਨਾ ਬਾਦਲ ਦਾ ਬਣਾਇਆ ਹੋਇਆ, ਇਹ ਕਹਿੰਦਾ ਸੀ ਸਾਡੇ ਤੇ ਰੋਪ ਲਾਉਂਦੇ ਨੇ ਕਿ ਇਹ ਗੁੰਡੇ ਨੇ ਨਰੈਣੂ ਮਹੰਤ ਦੇ, ਇਹ ਤੇ ਸ਼ਹੀਦਾਂ ਦੇ ਬੱਚੇ ਨੇ। ਹੁਣ ਮੈਂ ਪੁੱਛਣਾ ਚਾਹੁੰਦਾ ਵੀ ਜਿਹਨਾਂ ਨੂੰ ਲੱਖ ਲੱਖ ਦੇ ਚੈੱਕ ਦਿੱਤੇ, ਕਿਹੜੇ ਸ਼ਹੀਦ ਦੇ ਬੱਚੇ ਨੇ ਸਾਨੂੰ ਦੱਸੋ, ਤੇ ਕਿੱਥੇ ਨੌਕਰੀ ਕਰਦੇ ਨੇ ਇਹ ਵੀ ਦੱਸੋ। ਜਿਹੜੇ ਕੱਲ੍ਹ ਨੂੰ ਉੱਥੇ ਡਾਂਗਾਂ ਨਾਲ ਲੱਤਾਂ ਬਾਹਾਂ ਤੋੜ ਕੇ ਆਏ, ਅੱਜ ਉਹ ਸਿਰਸੇ ਦੀ ਸੇਵਾ 'ਚ ਲੱਗੇ ਹੋਏ ਨੇ ਇੱਥੇ, ਹੁਣ ਇੱਥੋਂ ਚੈੱਕ ਲੈਣਗੇ। ਇਹ ਮੇਰਾ ਆਰੋਪ ਆ। ਇਹ ਬੀਬੀ ਜਗੀਰ ਕੌਰ ਜਾਂ ਬਾਦਲ ਦਾ ਕੋਈ ਕਰਿੰਦਾ ਇਹਨੂੰ ਕਵੇ ਕਿ ਮੈਂ ਝੂਠ ਬੋਲਦਾ ਤੇ ਮੈਂ ਸਾਬਤ ਕਰੂੰਗਾ। ਉਹ ਗੁਰਦੁਆਰੇ ਨੂੰ ਯਾਦ ਕਰਾਉਣ ਲਈ ਅੱਗੇ ਕਿਉਂ ਨਹੀਂ ਆਉਂਦੀ? ਕਿਸਾਨ ਮੋਰਚੇ ਦਾ ਐਗਜ਼ਾਮਪਲ ਦੇ ਦਈਏ। ਕੌਣ ਸਿੱਖ ਕੌਮ ਦੀ ਗੱਲ ਕਰ ਰਿਹਾ, ਜਿਹੜੇ ਵੋਟਰ ਜਿਹਨੂੰ ਅਸੀਂ ਕਹਿ ਰਹੇ ਹਾਂ, ਜਿਹੜੇ ਵੋਟ ਪਾਉਂਦੇ ਨੇ। ਕਿਸਾਨ ਮੋਰਚੇ ਦੇਖੋ ਹਰ ਸਿੱਖ ਤਕਰੀਬਨ ਮੈਨਾਂ ਸਾਡੇ ਹਿੰਦੂ ਭਰਾ ਵੀ ਸੇਵਾ ਕਰ ਰਹੇ ਨੇ। ਅਗਰ ਅਸੀਂ ਕੋਈ ਗੁਰਦੁਆਰੇ ਦੀ ਗੱਲ ਕਰ ਰਹੇ, ਇਸ ਕਰਕੇ ਲੋਕ ਦੱਸ ਰਹੇ ਪੂਰੀ ਸਿੱਖ ਕੌਮ ਆਪਣੀ ਜ਼ਿੰਮੇਵਾਰੀ ਸਮਝ ਕੇ ਕਿਸਾਨ ਮੋਰਚੇ ਦੀ ਹਮਾਇਤ ਕਰ ਰਹੀ ਹੈ। ਜਿੱਦੇ ਲੋਕਾਂ ਦੀ ਇਹ ਕੌਮ ਸੜਕਾਂ ਉੱਤੇ ਆ ਗਈ, ਕਿਸਾਨਾਂ ਦੇ ਹੱਕ ਗੁਰਦੁਆਰੇ ਦੇ ਲਈ ਕਿਸੇ ਨਾਲ ਵੀ ਗੱਲ ਕਰੋ, ਸਾਰੇ ਕਹਿੰਦੇ ਨੇ ਗੁਰਦੁਆਰੇ ਕਰਪਟ ਨੇ ਜੀ, ਉੱਥੇ ਚੋਰ ਬੈਠੇ ਨੇ। ਗੁਰਦੁਆਰੇ ਆਜ਼ਾਦ ਕਰਾਉਣ ਦੀ ਗੁਰਦੁਆਰੇ ਕਰਪਟ ਨਹੀਂ ਹੋਏ, ਗੁਰਦੁਆਰਿਆਂ ਤੇ ਕਾਬਜ਼ ਲੋਕ ਕਰਪਟ ਨੇ। ਲੇਕਿਨ ਉਹਦੇ ਲਈ ਯਤਨ ਛੱਡ ਦਈਏ, ਉਹਦੇ ਲਈ ਅਸੀਂ ਕੰਮ ਕਰਨਾ ਹੀ ਛੱਡ ਦਈਏ। ਹੁਣ ਜੇ ਫਰਜ਼ ਕਰ ਲਓ, ਜੇ ਕੌਮ ਨਹੀਂ ਆਉਂਦੀ ਤੇ ਅਸੀਂ ਪ੍ਰੇਅਰ ਕਰਦੇ ਹਾਂ, ਹੱਥ ਜੋੜ ਕੇ ਪ੍ਰੇਅਰ ਸਕਦੇ, ਭਾਈ ਸਾਥ ਦਿਓ। ਹੁਣ ਨਹੀਂ ਆਈ ਆ, ਤੁਸੀਂ ਹੁਣ ਪੰਜਾਬ 'ਚ ਆ ਕੇ ਦੇਖੋ, ਤੁਸੀਂ ਹੁਣ ਆਪਣਾ ਕੈਮਰੇ ਦਾ ਧਿਆਨ ਦਿੱਲੀ ਚਲ ਜਾਇਓ, ਜਦੋਂ ਮੋਰਚਾ ਸਮਾਪਤ ਹੋਇਆ ਤੁਹਾਨੂੰ ਦਿਸੂਗਾ ਮੋੜ ਆਇਆ, ਤੁਹਾਨੂੰ ਦਿਸੂਗਾ ਇਹ ਪਿੰਡਾਂ ਦੇ ਲੋਕ ਸਾਡੀਆਂ ਗੱਲਾਂ ਸੁਣ ਰਹੇ ਨੇ ਤੇ ਚੇਂਜ ਲਿਆਉਣ। ਇਹੀ ਵਜ੍ਹਾ ਹੈ ਕਿ ਇਲੈਕਸ਼ਨ ਨਹੀਂ ਹੋ ਰਿਹਾ। ਇਲੈਕਸ਼ਨ ਪ੍ਰਬੰਧਕ ਕਮੇਟੀ ਦੇ ਇਹਦੇ ਲੋਕ ਸਭਾ ਦੀ ਤਰ੍ਹਾਂ ਨਹੀਂ ਹੈਗੇ, ਵਿਧਾਨ ਸਭਾ ਦੀ ਤਰ੍ਹਾਂ ਨਹੀਂ ਹੈਗੇ ਕਿ ਅੱਜ ਨਹੀਂ ਹੋਇਆ ਇਸ ਤਰੀਕ ਤੱਕ ਤੇ ਅਗਲੇ ਦਿਨ ਰਾਸ਼ਟਰਪਤੀ ਰਾਜ ਲਾਊ। ਇਹ ਨਹੀਂ ਹੈਗਾ ਸਿਸਟਮ। 22 ਸਾਲ ਬਾਅਦ ਵੀ ਹੋਏ, ਹੁਣ 12 ਸਾਲ ਫਿਰ ਹੋ ਗਏ। ਤੋ ਇਹ ਸੈਂਟਰ ਸਰਕਾਰ ਨੇ ਜਦੋਂ ਐਕਟ ਬਣਾਇਆ ਸੀ, ਉਦੋਂ ਇਹ ਚੋਰ ਮੋਰੀਆਂ ਰੱਖੀਆਂ ਸੀ ਕਿ ਆਪਣੇ ਪਿਆਦੇ ਨੂੰ ਵੱਧ ਤੋਂ ਵੱਧ ਸਮਾਂ ਉੱਥੇ ਕਿਤਨਾ ਰੱਖਿਆ ਜਾ ਸਕਦਾ, ਉਹਨੂੰ ਜਦੋਂ ਜਿੱਤਣ ਵਾਲਾ ਉਹਦਾ ਮਾਹੌਲ ਬਣੇ ਉਦੋਂ ਇਲੈਕਸ਼ਨ ਕਰਾਏ ਜਾਣ, ਜਦੋਂ ਇਲੈਕਸ਼ਨ ਕਰਾਏ ਜਾਣ ਉਦੋਂ ਉਹਦੀ ਹੈਲਪ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ।
ਹੁਣ ਅਸੀਂ ਇਸ ਕਰਕੇ ਆਸ਼ਾਵਾਦੀ ਹਾਂ ਕਿ ਇਹਨਾਂ ਦੀ ਟੁੱਟ ਗਈ ਆ, ਜਿਨ੍ਹਾਂ ਦੇ ਸਿਧਾਂਤ ਮਿਲਦੇ ਨਹੀਂ ਸੀਗੇ ਪਰ ਸੁਭਾਅ ਮਿਲ ਗਏ, ਉਹਨਾਂ ਦੇ ਜਿਹੜੇ ਸੀਗੇ ਸਵਾਰਥ ਮਿਲ ਗਏ ਤੇ ਉਹਨਾਂ ਦਾ ਏਕਤਾ ਹੋ ਗਿਆ। ਪਰ ਉਹ ਏਕਤਾ ਦੀ ਹੁਣ ਤੰਦ ਟੁੱਟ ਗਈ ਆ। ਜਦੋਂ ਟੁੱਟ ਗਿਆ ਤੇ ਹੁਣ ਸਾਨੂੰ ਲੱਗਦਾ ਹੈ ਕਿ ਟਾਈਮ ਵੀ 12 ਸਾਲ ਹੋ ਗਏ, 5 ਸਾਲ ਦੀ ਬਜਾਏ ਹੁਣ ਉਹ ਇਲੈਕਸ਼ਨ ਹੋਣਗੇ ਤੇ ਫੇਰ ਹੋਣਗੇ। ਤੇ ਇੱਕ ਸੈਂਟਰ 'ਚ ਸਰਕਾਰ ਭਾਜਪਾ ਦੀ ਜਿਹੜੀ ਟੁੱਟ ਗਈ, ਇੱਕ ਪੰਜਾਬ 'ਚ ਸਰਕਾਰ ਕਾਂਗਰਸ ਦੀ ਆ ਜਿਹੜੀ ਨਿਊਟਰਲ ਰਹਿ ਕੇ ਕੰਮ ਕਰ ਸਕਦੀ ਆ ਇਸ ਧਾਰਮਿਕ ਇਲੈਕਸ਼ਨ 'ਚ। ਹੁਣ ਅਸੀਂ ਇਸ ਕਰਕੇ ਆਸ਼ਾਵਾਦੀ ਹਾਂ ਤੇ ਮੈਂ 4 ਸਾਲ ਤੋਂ ਪਿੰਡਾਂ 'ਚ ਜਾ ਰਿਹਾ। ਪਿੰਡਾਂ ਦੇ ਲੋਕ ਹੁਣ ਸੁਣ ਰਹੇ ਸਾਡੀ ਗੱਲ, ਲੇਕਿਨ ਉੱਥੇ ਵੀ ਇਹੀ ਗੱਲ ਆ ਕਿ ਵੋਟ ਪਾਉਣ ਨੂੰ ਮਿਲਦੀ ਨਹੀਂ। ਜਦੋਂ ਜਾਂਦੇ ਲਿਸਟ 'ਚ ਨਾਂ ਨਹੀਂ ਹੁੰਦਾ ਤੇ ਜਦੋਂ ਸੈਂਟਰ ਸਰਕਾਰ ਕੋਈ ਨਿਯੁਕਤ ਕਰਦੀ ਆ ਇਲੈਕਸ਼ਨ ਕਮਿਸ਼ਨ, ਤੇ ਇਲੈਕਸ਼ਨ ਕਮਿਸ਼ਨ ਦੀ ਮਿਹਰਬਾਨੀ ਨਾਲ ਵੋਟਾਂ ਉਹਨਾਂ ਦੀਆਂ ਬਣਦੀਆਂ ਜਿਨ੍ਹਾਂ ਨੂੰ ਬਾਦਲ ਚਾਹੁੰਦਾ ਹੁੰਦਾ, ਜਿਨ੍ਹਾਂ ਨੂੰ ਬਾਦਲ ਦਾ ਸਰਪੰਚ ਚਾਹੁੰਦਾ ਹੁੰਦਾ। ਬਾਕੀ ਦੀਆਂ ਬਣਦੀਆਂ ਨੇ, ਲਿਖ ਕੇ ਲੈ ਆਉਂਦੇ ਨੇ, ਲੇਕਿਨ ਮੈਜਿਸਟ੍ਰੇਟ ਕੋਲ ਆ ਕੇ ਉਹ ਰੱਦ ਹੋ ਜਾਂਦੀਆਂ। ਹੁਣ ਨਹੀਂ ਹੋਣਗੀਆਂ। ਹੁਣ ਕਿਉਂਕਿ ਇਹ ਜਿਹੜਾ ਮਾਹੌਲ ਆ ਬਿਲਕੁਲ ਬਾਦਲ ਪਰਿਵਾਰ ਦੇ ਉਲਟ ਆ। ਬਾਦਲ ਪਰਿਵਾਰ ਤੋਂ ਲੋਕ ਚੰਗੀ ਤਰ੍ਹਾਂ ਸਬਕ ਸਿੱਖ ਚੁੱਕੇ ਨੇ ਕਿ ਇਹਨੇ ਧਰਮ ਦਾ ਕਿੰਨਾ ਨੁਕਸਾਨ ਕੀਤਾ, ਇਹਨੇ ਇਹ ਜਿਹੜੇ ਅੱਜ ਸੜਕਾਂ 'ਤੇ ਬੈਠੇ ਜ਼ਿਮੀਂਦਾਰ ਉਹਨਾਂ ਨਾਲ ਕਿੱਡਾ ਵੱਡਾ ਧਰੋਹ ਕੀਤਾ, ਇਹਨੇ ਪੰਜਾਬ ਦਾ ਜਿਹੜਾ ਅੱਜ ਕਰਜ਼ਾਈ ਹੋਇਆ ਪਿਆ ਪੰਜਾਬ ਦੀ ਸਟੇਟ ਉਹਦਾ ਕਿਸ ਤਰ੍ਹਾਂ ਬੇੜਾ ਗਰਕ ਕੀਤਾ। ਹੁਣ ਲੋਕ ਹੁਣ ਜਾਣ ਚੁੱਕੇ ਨੇ, ਹੁਣ ਸਾਡੀ ਗੱਲ ਸੁਣ ਰਹੇ ਨੇ ਤੇ ਹੁਣ ਤੁਹਾਡੀ ਕਿਰਪਾ ਨਾਲ ਤੁਹਾਡਾ ਕੈਮਰਾ ਸਿੱਧਾ ਰਿਹਾ ਸਾਡੇ ਤੇ, ਫੋਕਸ ਉੱਤੇ ਗੱਲ ਬਣੂਗੀ। ਕਿਸਾਨ ਮੋਰਚੇ ਦੀ ਗੱਲ ਕਰੀਏ, ਜਿਹਦੀ ਸਟੇਜ ਬਣੀ ਹੈ ਜਿੱਥੇ ਹਰ ਬੁਲਾਰੇ ਨੂੰ ਮੌਕਾ ਦਿੱਤਾ ਜਾਂਦਾ ਹੈ, ਉੱਥੇ ਕਿਸੇ ਵੀ ਲੀਡਰ ਨੂੰ ਮੌਕਾ ਨਹੀਂ ਦਿੱਤਾ ਗਿਆ। ਚੰਗੀ ਗੱਲ। ਮੈਂ ਤੁਹਾਡੀ ਗੱਲ ਮੰਨ, ਤੁਸੀਂ ਦੋਤੇ ਸ਼ਖਸ ਹੋ ਜਿਨ੍ਹਾਂ ਨੂੰ ਮਾਣ ਮਿਲਿਆ ਕਿ ਤੁਸੀਂ ਸਟੇਜ ਉੱਤੇ ਸਪੀਚ ਵੀ ਦਿੱਤੀ, ਅਸੀਂ ਆਪਣੇ ਚੈਨਲ ਤੇ ਲਾਈਵ ਵੀ ਕੀਤੀ ਸੀ ਜੀ। ਤੁਸੀਂ ਉਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਤੁਹਾਡੇ ਉਸ ਲੈਕਚਰ ਨਾਲ ਜਾਂ ਹੋਰ ਧਾਰਮਿਕ ਸ਼ਖਸੀਅਤ ਦਾ ਆਉਣ ਵਾਲੇ ਦਿਨਾਂ ਦੇ ਅੰਦਰ ਦਿੱਲੀ ਇਲੈਕਸ਼ਨ ਨਹੀਂ, ਐਜੀਪੀਸੀ ਦੇ ਇਲੈਕਸ਼ਨ ਵਿੱਚ ਫਰਕ ਪਏਗਾ? ਕਿਉਂਕਿ ਦਿੱਲੀ ਦੇ ਕਿਸੇ ਸਿੱਖ ਲੀਡਰ ਨੂੰ ਵੀ ਮੌਕਾ, ਔਰ ਵੱਡੇ ਵੱਡੇ ਲੀਡਰਾਂ ਨੂੰ ਵੀ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੇ ਮੌਕਾ ਨਹੀਂ ਮਿਲਿਆ ਬੋਲਣ। ਦੇਖੋ ਉਹਨਾਂ ਨੇ ਦੁਖੀ ਹੋਇਆਂ ਨੇ ਇਹਨਾਂ ਲੀਡਰਾਂ ਤੋਂ ਕਿਨਾਰਾ ਕੀਤਾ। ਜਿਹੜੇ ਲੀਡਰ ਉਹਨਾਂ ਨੂੰ ਮਸੀਹਾ ਮੰਨਦੇ ਰਹੇ ਬਾਦਲ ਨੂੰ ਆਪਣਾ, ਅੱਜ ਉਹ ਜਿਸ ਤਰ੍ਹਾਂ ਅੱਜ ਉਹਨੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੇ ਹੀ ਨੇ, ਅਸੀਂ ਇਹ ਮੋਰਚਾ ਲਾਇਆ। ਜੇ ਤੂੰ ਮੋਰਚਾ ਲਾਇਆ ਤੇ ਇੱਥੇ ਆ ਕੇ ਸਰੋਪਾ ਲੈ ਉਹਨਾਂ ਤੋਂ ਆ ਤੇ ਸਹੀ ਜਰਾ, ਉਹ ਸਟੇਜ ਤੱਕ ਤੇ ਪਹੁੰਚ, ਤੇਰਾ ਹਾਲ ਕੀ ਹੁੰਦਾ ਤੇ ਨਾਲੇ ਤੇਰੇ ਆਕਾ ਦਾ ਕੀ ਹਾਲ ਹੁੰਦਾ, ਇਹ ਲੋਕ ਦੱਸਣ ਉੱਥੇ। ਇਹ ਜਿੰਨੇ ਵੀ ਲੋਕ ਨੇ ਇਹ ਕਿਸਾਨਾਂ ਨੂੰ ਮੁੱਲ ਵੇਚ ਕੇ ਖਾ ਗਏ ਤੇ ਕਿਸਾਨਾਂ ਨੂੰ ਅੱਜ ਪਤਾ ਲੱਗਾ ਕਿ ਸਾਡੇ ਲਈ ਕਬਰ ਖੋਦ ਕੇ ਗਏ। ਸਾਡਾ ਲੀਡਰ ਸੀ ਬਾਬਾ ਬੰਦਾ ਸਿੰਘ ਬਹਾਦਰ, ਜਿਹਨੇ ਇਹਨਾਂ ਨੂੰ ਮਜ਼ਾਰਿਆਂ ਤੋਂ ਜ਼ਿਮੀਂਦਾਰ ਬਣਾਇਆ। ਜ਼ਿਮੀਂਦਾਰਾਂ ਦਾ ਭੋਗ ਪਾ ਕੇ ਜਿਹੜੇ ਵੱਡੇ ਵੱਡੇ ਜ਼ਿਮੀਂਦਾਰ ਹੁੰਦੇ ਸੀ, ਜਿਨ੍ਹਾਂ ਨੂੰ ਅੱਜ ਅਸੀਂ ਕਾਰਪੋਰੇਟ ਘਰਾਣੇ ਕਹਿੰਦੇ, ਤੋ ਅੱਜ ਜਿਹੜਾ ਸਾਡਾ ਲੀਡਰ ਉਹਨੇ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਪਾ ਕੇ ਤੇ ਕਿਸਾਨ ਲਈ ਕਬਰ ਖੋਦੀ। ਇਸ ਕਰਕੇ ਕਿਸਾਨ ਸਮਝ ਗਏ ਨੇ ਵੀ ਸੈਂਟਰ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਸਾਡੇ ਲੀਡਰ ਦੀ ਸਹਿਮਤੀ ਨਾਲ ਹੋਇਆ। ਤੋ ਇਸ ਕਰਕੇ ਉਹਨਾਂ ਨੇ ਕਿਸੇ ਵੀ ਲੀਡਰ ਨੂੰ ਉੱਥੇ ਆਉਣ ਤੋਂ ਵਰਜਿਆ ਤੇ ਕਿਸੇ ਦੀ ਹਿੰਮਤ ਨਹੀਂ ਉੱਥੇ ਆ ਕੇ ਖਲੋ ਜਾਣ। ਤੋ ਅਸੀਂ, ਕਿਉਂਕਿ ਅਸੀਂ ਕਦੀ ਕੌਮ ਦਾ ਨੁਕਸਾਨ ਨਹੀਂ ਕੀਤਾ, ਸਾਡੇ ਕਿਰਦਾਰ ਤੋਂ, ਸਾਡੀ ਸੇਵਾ ਤੋਂ ਚੰਗੀ ਤਰ੍ਹਾਂ ਸਿੱਖ ਜਾਣਦੇ। ਤੁਸੀਂ ਵੀ ਇੱਥੇ ਬੈਠੇ ਦਿੱਲੀ ਦੇ ਵਿੱਚ, ਮੈਂ ਵੀ ਰਿਹਾ, ਤੁਸੀਂ ਵੀ ਰਹਿੰਦੇ ਹੋ, ਤੁਸੀਂ ਦੱਸ ਦਿਓ ਅਸੀਂ ਕੌਮ ਦਾ ਕੋਈ ਨੁਕਸਾਨ ਕੀਤਾ ਹੋਵੇ। ਤੇ ਜੇ ਇੰਨੇ ਮੈਂ ਜਵਾਬ ਦੇ ਰਿਹਾ ਤੇ ਮੈਂ ਹੀ ਦੇ ਰਿਹਾ। ਸਰਨੇ ਤੋਂ ਲੈ ਕੇ ਦਿਖਾਓ, ਉਹਨੂੰ ਲਿਆਓ ਬਰਾਬਰ ਤੇ ਮੇਰੇ, ਉਹਨੂੰ ਮਨਜੀਤ ਸਿੰਘ ਨੂੰ ਲਿਆਓ, ਬਾਦਲ ਨੂੰ ਲਿਆਓ, ਅਸੀਂ ਦੇਖੀਏ ਕਿੱਦਾਂ ਜਵਾਬ ਦਿੰਦੇ ਆ, ਫਿਰ ਸਾਡੇ ਸਵਾਲਾਂ ਦੇ ਵੀ ਜਵਾਬ ਦੇ ਦੇਣ। ਤੁਹਾਨੂੰ ਲੱਗਦਾ ਹੁਣ ਕਮੇਟੀ ਨਿਜ਼ਾਮ ਬਦਲੇਗਾ ਐਜੀਪੀਸੀ? ਮੈਨੂੰ ਲੱਗਦਾ ਹੈ ਕਿ ਹੁਣ ਸਿੱਖ ਜਿਹੜੇ ਨੇ ਜਾਣ ਚੁੱਕੇ ਨੇ ਕਿ ਦੇਖੋ ਸਾਡੇ ਆਸ ਪੜੋਸ ਦੇ ਵਿੱਚ ਰਾਜਸਥਾਨ 'ਚ ਮੀਣਾ ਬਰਾਦਰੀ ਆ, ਗਰੀਬ ਬਰਾਦਰੀ ਆ, ਉਹ ਵੀ ਆਪਣੇ ਇੰਟਰਸਟ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ ਇੱਕ ਟਰਸਟ ਬਣਾ ਕੇ ਤੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਦਵਾ ਰਹੇ ਆ। ਮੁਸਲਮਾਨ ਭਰਾ ਵੀ ਸਾਰੇ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਵੱਡੇ ਵੱਡੇ IAS ਅਫਸਰ ਜਿਹੜੇ ਰਿਟਾਇਰ ਨੇ, ਉਹਨਾਂ ਨੇ ਟਰਸਟ ਬਣਾ ਕੇ ਤੇ ਸਾਰਾ ਉਹਨਾਂ ਦੀ ਪੜ੍ਹਾਈ ਲਈ ਕੁਝ ਕਰ ਰਹੇ ਆ। RSS ਬੜੇ ਵੱਡੇ ਪੈਮਾਨੇ ਤੇ ਹਿੰਦੂ ਬੱਚਿਆਂ ਨੂੰ ਅੱਗੇ ਲਿਆਉਣ ਲਈ ਕਰ ਰਹੀ ਹੈ। ਹਰ ਇੱਕ ਆਪਣੇ ਆਪਣੇ ਬੱਚਿਆਂ ਨੂੰ ਕਰ ਰਿਹਾ, ਲੇਕਿਨ ਸਾਡੀ ਬਦਨਸੀਬੀ ਆ ਕਿ ਸਾਡੇ ਕੋਲ ਐਡਾ ਵੱਡਾ ਖਜ਼ਾਨਾ, ਤੁਸੀਂ ਯਕੀਨ ਕਰ ਸਕਦੇ ਹੋ ਵੀ ਸਾਨੂੰ ਆਪ ਕਹਿੰਦੀ ਹੈ ਪ੍ਰਬੰਧਕ ਕਮੇਟੀ ਕਿ ਸਾਡੇ ਕੋਲ 1400 ਕਰੋੜ ਦਾ ਬਜਟ ਹੈ, ਤੇ ਜਿਹਦੇ ਕੋਲ 1400 ਕਰੋੜ ਦਾ ਬਜਟ ਉਹ ਸਾਡੀਆਂ ਨਾਲੀਆਂ ਬਣਾਉਂਦੇ ਆ, ਸੜਕਾਂ ਬਣਾਉਂਦੇ ਆ, ਪੁਲਿਸ ਨੂੰ ਤਨਖਾਹਾਂ ਦਿੰਦੇ ਆ, ਫੌਜ ਨੂੰ ਦਿੰਦੇ ਆ, ਕਿੱਥੇ ਖਰਚ ਕਰਦੇ ਹੋ? ਗੁਰਦੁਆਰੇ ਤੁਹਾਡੇ ਸਾਹਮਣੇ ਬਾਬਾ ਹਰਬੰਸ ਸਿੰਘ ਵਰਗੇ ਬਣਾ ਕੇ, ਕਾਰ ਸੇਵਾ ਵਾਲੇ ਬਾਬੇ, ਜਿੱਥੇ ਵੱਡੀ ਕਾਨਫਰੰਸ ਹੁੰਦੀ ਹੈ ਲੰਗਰ ਬਾਬੇ ਲਾਉਂਦੇ ਆ। ਅੱਜ ਵੀ 22 ਲੰਗਰ ਲੱਗੇ ਹੋਏ ਨੇ ਇੱਥੇ, ਕਿਸਾਨ ਜਿੱਥੇ ਬੈਠੇ ਨੇ ਤੋ ਸਾਰੇ ਕਾਰ ਸੇਵਾ ਵਾਲੇ ਬਾਬਿਆਂ ਨੇ ਲਾਏ ਨੇ। ਤੋ ਤੁਹਾਡੇ ਤੋਂ ਟਕਾ ਲੈ ਕੇ ਤੇ ਤੁਹਾਡਾ ਟਕਾ ਥਾਂ ਸਿਰ ਤੇ ਲਾਉਂਦੇ ਆ। ਜੇ
ਪੈਸੇ ਲੈ ਕੇ ਜਾਂਦੇ ਆ, ਤੇ ਹਾਲ ਵੱਡੇ ਵੱਡੇ ਬਣੇ ਨੇ, ਗੁਰਦੁਆਰੇ ਵੱਡੇ ਵੱਡੇ ਬਣੇ ਨੇ, ਤੇ ਉਹਨਾਂ ਨੇ ਬਣਾਏ ਨੇ। ਪ੍ਰਬੰਧਕ ਕਮੇਟੀ ਤੇ ਕਿਤੇ ਬਾਥਰੂਮ ਨਹੀਂ ਬਣਾ ਪਾਈ। ਤੋ ਇਹ ਜਿਹੜਾ ਪੈਸਾ ਜਿਹੜਾ ਕਿੱਥੇ ਜਾ ਰਿਹਾ ਸਦੀਆਂ ਤੋਂ, ਇਹ ਬੜੀ ਵੱਡੀ ਇੱਕ ਅਥਾਰਟੀ ਹੈ। ਜੇ ਅਸੀਂ ਸਾਰਾ ਪੈਸਾ ਇਕੱਠਾ ਕਰ ਲਈਏ, ਅੱਜ ਜੇ ਸਾਡੀ ਸਿਲੈਕਸ਼ਨ ਹੈਵੀ ਹੋਵੇ ਤੇ ਅਸੀਂ ਹਜੂਰ ਸਾਹਿਬ ਤੋਂ ਲੈ ਕੇ ਕਸ਼ਮੀਰ ਤੱਕ ਸਾਰੀਆਂ ਕਮੇਟੀਆਂ ਦਾ ਪੈਸਾ ਇਕੱਠਾ ਕਰ ਲਈਏ ਇੱਕ ਸਰਕਾਰ ਦਾ, ਜਿਹੜਾ ਕਿ ਪਿੱਛੇ ਉਦਮ ਹੋਇਆ ਸੀ ਜਦੋਂ ਪੰਥਕ ਜਿਹੜਾ ਧਰਮਯੁੱਧ ਮੋਰਚਾ ਲੱਗਾ ਸੀ ਕਿ ਇੱਕ ਆਲ ਇੰਡੀਆ ਐਕਟ ਬਣੇ, ਆਲ ਇੰਡੀਆ ਗੁਰਦੁਆਰਾ ਐਕਟ ਬਣੇ। ਫਿਰ ਇਹ ਬਾਦਲ ਮੂੰਹ ਫੇਰ ਗਿਆ ਸੀ ਉਹ ਤੋਂ, ਉਹ ਫੇਰ ਗਿਆ ਇਸ ਕਰਕੇ ਕਿ ਸਰਦਾਰੀ ਨਹੀਂ ਰਹਿਣੀ, ਵੀ ਜਿਹੜੀ ਆਲ ਓਵਰ ਇੰਡੀਆ ਦੇ ਗੁਰਦੁਆਰਿਆਂ ਦੀ ਜਿਹੜੀ ਕਮੇਟੀ ਆ, ਮੈਨੇਜਿੰਗ ਕਮੇਟੀ, ਉਹਦੇ ਹੱਥ ਟੋਕੇ ਨਹੀਂ ਬਣ ਗਏ ਦੇ ਮੈਂਬਰ, ਤੇ ਇਹਦੀ ਸਰਦਾਰੀ ਜਾਂਦੀ ਰਹੂਗੀ। ਲੇਕਿਨ ਉਹਦੇ ਨਾਲ ਸਾਡਾ ਸੀਗਾ ਸਾਰਾ ਪੈਸਾ ਇਕੱਠਾ ਹੁੰਦਾ ਸੀ, ਅਸੀਂ ਆਪਣੀ ਕੌਮ ਦੇ ਬੱਚਿਆਂ ਦੇ ਭਵਿੱਖ ਲਈ ਕੋਈ ਪਲਾਨ ਕਰ ਸਕਦੇ। ਸਾਡੇ ਕੋਲ ਰਿਟਾਇਰ ਜਸਟਿਸ ਨੇ, ਰਿਟਾਇਰ ਸਾਡੇ ਕੋਲ ਅੰਬੈਸਡਰ ਨੇ, ਰਿਟਾਇਰ IAS ਅਫਸਰ ਨੇ, IPS ਅਫਸਰ ਨੇ, ਡਾਕਟਰ ਨੇ, ਇੰਜੀਨੀਅਰ ਨੇ, ਪ੍ਰੋਫੈਸਰ ਨੇ, ਆਪਣੇ ਟੀਚਰ ਨੇ। ਕਿਹੜਾ ਮਹਿਕਮਾ ਜਿਹਦਾ ਫੌਜ ਦੇ ਵਿੱਚੋਂ ਜਿਹੜੇ ਰਿਟਾਇਰ ਹੁੰਦੇ ਜਰਨੈਲ ਨੇ, ਉਹ ਸਾਡੀ ਕਮੇਟੀ ਨੂੰ 1 ਰੁਪਈਆ ਤਨਖਾਹ ਲੈ ਕੇ ਸ਼ੌਕ ਨਾਲ ਸੇਵਾ ਕਰਕੇ ਚਲਾ ਸਕਦੇ ਆ, ਪਰ ਅਸੀਂ ਕਿਸੇ ਨੂੰ ਮੌਕਾ ਨਹੀਂ ਦੇ ਰਹੇ, ਕਿਸੇ ਲਈ ਰਾਹ ਪੱਧਰਾ ਨਹੀਂ ਕਰ ਰਹੇ। ਅੱਜ ਜੇ CA ਆ ਤੇ ਉਹ 8 ਲੱਖ ਰੁਪਈਆ ਤਨਖਾਹ ਲੈ ਰਿਹਾ, ਕਾਹਦੇ ਲਈ ਲੈ ਰਿਹਾ? 8 ਲੱਖ ਰੁਪਏ CA ਤਨਖਾਹ ਲੈਣ ਵਾਲਾ ਹੋਵੇ ਤੇ ਇਹ ਅੱਜ ਕਹਿਣ ਜੀ ਉਹ ਲਫੜਾ ਹੋ ਗਿਆ ਸੀ, ਘਪਲਾ ਹੋ ਗਿਆ ਸੀ ਪੈਸਿਆਂ ਦਾ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਤੇ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਠੀਕ ਚਲੇ ਗਏ ਤੇ ਪੈਸੇ ਕਿੱਥੇ ਚਲੇ ਗਏ? ਤੋ ਇਹ ਸਾਨੂੰ ਬੇਵਕੂਫ ਬਣਾ ਰਹੇ ਆ। ਇਹ ਜਿਹੜਾ 8 ਲੱਖ ਰੁਪਏ CA ਤਨਖਾਹ ਲੈਂਦਾ ਕੋਹਲੀ, ਉਹ ਅਸਲ 'ਚ ਆਰਬਿਟ ਬੱਸਾਂ ਦਾ CA ਆ ਤੇ ਤਨਖਾਹ ਲੈਂਦਾ ਗੁਰੂ ਘਰ 'ਚੋਂ। ਤੁਹਾਨੂੰ ਪਤਾ ਨਹੀਂ ਪੰਜਾਬ ਦੀ ਸਥਿਤੀ ਬਾਰੇ। ਪੰਜਾਬ ਦੇ ਵਿੱਚ ਤੇ ਜਿਹੜਾ ਸੁੱਚਾ ਲੰਗਾਹ ਵਰਗਾ ਜਿਹੜਾ ਪੰਥ 'ਚੋਂ ਛੇਕਿਆ, ਉਹਦੀਆਂ 30-35 ਮੱਝਾਂ ਨੂੰ ਪੱਠੇ ਗੁਰੂ ਰਾਮਦਾਸ ਦੇ ਸੇਵਾਦਾਰ ਪਾਉਂਦੇ ਆ, ਤਨਖਾਹ ਗੁਰੂ ਘਰ ਦੇ ਖਜ਼ਾਨੇ 'ਚੋਂ ਲੈਂਦੇ ਆ। ਕੀ ਰੋਈਏ ਤੁਹਾਡੇ ਕੋਲ? ਤੋ ਸਾਨੂੰ ਜਿਹੜੀ ਤਕਲੀਫ ਆ ਇਹੀ ਆ ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਬਰਬਾਦ ਹੋ ਰਿਹਾ। ਦਸਮ ਪਾਤਸ਼ਾਹ ਦੇ ਬੱਚਿਆਂ ਨੇ ਆਪਣੀ ਸ਼ਹਾਦਤ ਦੇ ਕੇ, ਸਰੀਰ ਦਾਨ ਦੇ ਕੇ ਸਾਨੂੰ ਇੱਕ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਬਖਸ਼ੀ ਸੀ, ਸਾਨੂੰ ਇੱਕ ਮਿਸ਼ਨ ਦਿੱਤਾ ਸੀ। ਉਹ ਮਿਸ਼ਨ ਬਰਬਾਦ ਹੋ ਰਿਹਾ। ਉਹ ਪਰਿਵਾਰ ਦੀ ਭੇਟ ਚੜ ਗਿਆ। ਪਰਿਵਾਰ ਨਿਗੋਰਾ, ਪਰਿਵਾਰ ਖਾਂਦਾ ਗੁਰੂ ਰਾਮਦਾਸ ਦੇ ਦਰ ਤੋਂ ਆ ਤੇ ਗਿੱਧਾ ਪਾਉਂਦਾ ਰਾਮ ਰਹੀਮ ਦੀ ਦੁਕਾਨ ਤੇ। ਇਹ ਸਾਡਾ ਦੁਖਾਂਤ ਹੈ। ਗੁਰੂ ਗ੍ਰੰਥ ਸਾਹਿਬ ਜੇ ਰੁਲਿਆ ਤੇ ਪੰਜਾਬ 'ਚ ਰੁਲਿਆ, ਜਿੱਥੇ ਸਾਡੀ ਅਕਾਲੀ ਸਰਕਾਰ ਹੈ, ਜਿੱਥੇ ਸਾਡਾ ਬਾਬਾ ਬੋੜ ਬੈਠਾ ਜਿਹੜਾ 50 ਸਾਲ ਤੋਂ ਆ, ਜੋ ਅਕਾਲੀ ਦਲ ਦਾ 100 ਸਾਲ ਭੋਗ ਪਾ ਕੇ ਹਟੇ, 50 ਸਾਲ ਤੇ ਇਕੱਲੇ ਬਾਦਲ ਨਹੀਂ ਹਟਾਏ ਨੇ। ਕਿਹੜੇ ਅਕਾਲੀ ਨੂੰ ਆਉਣ ਦਿੱਤਾ ਉਹਨੇ? ਇੱਕ ਅਕਾਲੀ ਬਣਿਆ ਹਿਸਟਰੀ ਦੇ ਵਿੱਚ, CM ਬਣਿਆ ਜਸਟਿਸ ਗੁਰਨਾਮ ਸਿੰਘ। ਉਹਨੂੰ ਇਹਨੇ 2 ਸਾਲ ਨਹੀਂ ਕਰਨ ਦਿੱਤੇ। ਇੰਦਰਾ ਗਾਂਧੀ ਦੇ ਪੈਰਾਂ 'ਚ ਆ ਕੇ ਬੈਠ ਗਿਆ, ਬਾਬਾ ਫਤਿਹ ਸਿੰਘ ਨੂੰ ਨਾਲ ਲੈ ਕੇ, ਤੇ ਕਾਂਗਰਸ ਦੀ ਸਪੋਰਟ ਨਾਲ ਉਹਨੂੰ ਲਾ ਕੇ ਉਹਨੇ 500 ਸਾਲਾ ਬਣਾਇਆ, ਸ਼ਤਾਬਦੀ ਉਹਨੇ ਮਨਾਈ, ਯੂਨੀਵਰਸਿਟੀ ਉਹਨੇ ਬਣਾਈ। ਉਹਦੇ ਬਾਅਦ ਉਹਨੂੰ ਲਾ ਕੇ ਆਪ ਕਾਂਗਰਸ ਦੀ ਸਹਾਇਤਾ ਨਾਲ ਆਪ ਬਣ ਗਿਆ ਚੀਫ ਮਿਨਿਸਟਰ। ਤੇ ਅੱਜ ਅਸੀਂ ਜਦੋਂ ਤੁਰਦੇ ਸਾਨੂੰ ਕਹਿੰਦੇ ਕਾਂਗਰਸ ਦੀ B ਟੀਮ ਹੈ। ਤੁਹਾਡੇ ਵਰਗੇ ਪੱਤਰਕਾਰ ਵੀ ਸ਼ੱਕ ਕਰਦੇ ਕਿ ਇਹਦੇ ਪਿੱਛੇ ਹੈ ਸਰਕਾਰ, ਇਹਦੇ ਪਿੱਛੇ ਹੈ। ਸਾਡੇ ਪਿੱਛੇ ਸਰਕਾਰਾਂ ਹੁੰਦੀਆਂ ਤੇ ਅਸੀਂ ਉਮਰ ਕੈਦਾਂ ਕੱਟਦੇ ਅੰਦਰ। ਸਾਨੂੰ ਲੁਹਾਰ ਸਮਝਦੇ ਲੋਕ। ਅੱਜ 35 ਸਾਲ ਤੋਂ ਸਾਡੇ ਸਿੱਖ ਬੱਚੇ ਅੰਦਰ ਨੇ। ਕਿਹੜੀ ਸਰਕਾਰ ਹੈ ਜਿਹੜੀ ਉਹਨਾਂ ਨੂੰ ਅੰਦਰ ਰੱਖੇ ਬੈਠੀ ਹੈ? ਇਹ ਸਾਡਾ ਬਾਬਾ ਬੋੜ ਬਿਠਾਈ ਬੈਠਾ। ਇੱਕ ਪੰਜਾਬ ਦਾ CM ਹੋਵੇ ਤੇ ਪੰਜਾਬ ਦਾ CM ਇਹ ਧੜੱਲੇ ਨਾ ਕਹਿ ਸਕਦਾ ਮੇਰੀ ਸਟੇਟ ਦੇ ਬੱਚੇ ਆ ਉਮਰ ਕੈਦ ਕੱਟ ਚੁੱਕੇ, ਇਹਨਾਂ ਨੂੰ ਛੱਡੋ, ਤੇ ਸੈਂਟਰ ਨੂੰ ਛੱਡਣੇ ਪੈਂਦੇ ਆ। ਪਰ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਨਾ ਸਾਡਾ ਕੋਈ ਅਕਾਲ ਤਖਤ ਆ, ਨਾ ਸਾਡੇ ਕੋਲ ਕਮੇਟੀ ਆ, ਨਾ ਸਾਡੇ ਕੋਲ ਅਕਾਲੀ ਦਲ ਆ, ਨਾ ਸਾਡੇ ਕੋਲ ਸੱਤਾ। ਇਹ ਸਾਡਾ ਰੋਣਾ ਹੈ। ਕਿਹਦੇ ਕੋਲ ਰੋਈਏ? ਅਸੀਂ ਇਸ ਕਰਕੇ ਛੋਟਾ ਜਿਹਾ ਯਤਨ ਹੈ, ਅਨਮਾਣਾ ਜਿਹਾ ਯਤਨ ਹੈ, ਜੇ ਸਿਰੇ ਚੜ੍ਹ ਜੂ ਤੇ, ਨਹੀਂ ਤੇ ਜਾਂਦਾ ਕੁਛ ਨਹੀਂ। ਅਸੀਂ ਤੁਹਾਡਾ ਵਿਗਾੜਦੇ ਕੁਛ ਨਹੀਂ ਗੇ, ਅਸੀਂ ਕੁਛ ਸਵਾਰ ਕੇ ਜਾਵਾਂਗੇ। ਬਿਲਕੁਲ ਕਰਾਂਗੇ। ਅਸੀਂ ਪਹਿਲਾਂ ਕਲੋਨੀਆਂ 'ਚ ਜਾਵਾਂਗੇ, ਸਿੱਖਾਂ ਨੂੰ ਜਾਣਕਾਰੀ ਦੇਵਾਂਗੇ ਅਸੀਂ ਬਰਬਾਦ ਹੋਏ ਹਾਂ ਤੇ ਉਹਦੇ ਕਾਰਨ ਕੀ ਸਨ, ਤੇ ਜੇ ਅਸੀਂ ਇਹ 'ਚ ਉੱਭਰ ਸਕਦੇ ਹਾਂ ਤੇ ਕਿਸ ਤਰ੍ਹਾਂ ਉੱਭਰ ਸਕਦੇ ਹਾਂ, ਤੇ ਉਸ ਟਾਈਮ ਤੇ ਅਸੀਂ ਸਾਰਾ ਇਹ ਲੈ ਕੇ ਸੰਗਤ ਕੋਲ ਜਾਵਾਂਗੇ। ਜਿਹੜਾ ਮੈਨੀਫੈਸਟੋ ਹੋਏਗਾ ਨਾ, ਉਹ ਸੰਗਤ ਨੇ ਬਣਾਉਣਾ, ਔਰ ਉਹਦਾ ਨਾਮ ਵੀ ਹੋਏਗਾ ਸੰਗਤ ਦਾ ਮੈਨੀਫੈਸਟੋ। ਦੂਜੀ ਤੁਸੀਂ ਗੱਲ ਪੁੱਛੀ ਸੀ ਕਿ ਸਾਡੇ ਨੋਰਮਸ ਕੀ ਰਹਿਣਗੇ ਕੈਂਡੀਡੇਟ ਚੂਜ਼ ਕਰਨ ਵਿੱਚ। ਉਹਦੇ ਸਭ ਤੋਂ ਇੰਪੋਰਟੈਂਟ ਨਾਮ ਇਹ ਰਹੇਗਾ ਕਿ ਜਿਹੜਾ ਵੀ ਪੰਥਕ ਅਕਾਲੀ ਲਹਿਰ ਦਾ ਸੰਗਤ ਕੈਂਡੀਡੇਟ ਥਾਪੇਗੀ, ਉਹ ਕਿਸੇ ਤਰ੍ਹਾਂ ਦਾ ਸਿਆਸੀ ਇਲੈਕਸ਼ਨ ਗੁਰਦੁਆਰੇ ਤੋਂ ਬਾਹਰ
ਨਹੀਂ ਲੜੇਗਾ। ਨਹੀਂ ਲੜ- ਭਾਵੇਂ ਐਮਸੀ ਦਾ ਕਿਉਂ ਨਾ ਹੋਵੇ। ਐਮਸੀ ਦਾ ਕੋਈ ਅਸੀਂ ਇਹ ਰਸਤਾ ਨਹੀਂ ਬਣਾਉਣਾ ਚਾਹੁੰਦੇ ਕਿ ਗੁਰੂ ਦੀਆਂ ਗੋਲਕਾਂ ਦੇ ਕਾਬਜ਼ ਹੋ ਕੇ ਤੁਸੀਂ ਕਾਉਂਸਲਰ ਐਮਐਲਏ ਜਾਂ ਐਮਪੀ ਬਣਨ ਦੀ ਸੋਚੋ। ਜੇ ਗੁਰੂ ਘਰ ਦੀ ਸੇਵਾ ਕਰਨੀ ਹੈ ਤੇ ਆਓ, ਨਹੀਂ ਤੇ ਕੋਈ ਗੱਲ ਨਹੀਂ। ਤੁਸੀਂ ਤਾਂ ਸਪੋਰਟ ਕਰੋ, ਅਸੀਂ ਕਰਦੇ ਹਾਂ। ਠੀਕ ਹੈ ਜੀ। ਮੈਂ ਬਸ ਲਾਸਟ ਵਿੱਚ ਆਪਣੇ ਨਵੇਂ ਪ੍ਰਧਾਨ ਹਰਪ੍ਰੀਤ ਸਿੰਘ ਹੋਣਾ ਨੂੰ ਕਹਾਂਗਾ ਕਿ ਸੰਗਤ ਦਾ ਧੰਨਵਾਦ ਕਰਨ। ਜੀ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ, ਤੁਸੀਂ ਆਪਣਾ ਟਾਈਮ ਕੱਢ ਕੇ ਇੱਥੇ ਆਏ। ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੀ, ਸਪੋਰਟ ਦੀ, ਬਲੇਸਿੰਗਸ ਦੀ ਸਾਨੂੰ ਬਹੁਤ ਲੋੜ ਹੈ। ਇੱਕ ਨਵੀਂ ਸੋਚ ਲੈ ਕੇ, ਜਿਵੇਂ ਭਾਈ ਸਾਹਿਬ ਵੀ ਕਹਿ ਰਹੇ ਨੇ, ਸਾਰੇ ਕਹਿ ਰਹੇ ਨੇ ਕਿ ਕੋਈ ਰਾਜਨੀਤੀ ਕਰਨ ਦਾ ਸਾਡਾ ਕੋਈ ਮਕਸਦ ਨਹੀਂ ਹੈ। ਮੈਂ ਪ੍ਰੋਫੈਸ਼ਨਲ ਤੋਂ ਬਿਜ਼ਨਸਮੈਨ ਹੈਗਾ। ਸਾਰੀ ਟੀਮ ਸਾਡੇ ਨਾਲ ਸੀਏ ਹੈਗੇ ਨੇ, ਚਤਵਾਲ ਜੀ ਹੈਗੇ ਨੇ, ਰਮਿੰਦਰ ਵੀਰ ਜੀ ਹੈਗੇ ਨੇ। ਇਹੀ ਇੱਕ ਸੋਚ ਲੈ ਕੇ ਅੱਗੇ ਕੰਮ ਕਰਾਂਗੇ ਕਿ ਜਿੰਨਾ ਸਾਡੇ ਤੋਂ ਬਣ ਪਾਏਗਾ ਉਨੀ ਸੇਵਾ ਕਰਕੇ ਅਸੀਂ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਵਿਗੜਦਾ ਕੁਝ ਨਹੀਂ, ਜਿਵੇਂ ਭਾਈ ਸਾਹਿਬ ਨੇ ਕਿਹਾ, ਬਟ ਅਸੀਂ ਪੂਰਾ ਜ਼ੋਰ ਲਾਵਾਂਗੇ ਅੱਛੇ ਕੈਂਡੀਡੇਟ ਆਉਣ, ਤੁਹਾਡੇ ਸਪੋਰਟ ਨਾਲ ਆਉਣ, ਤੇ ਅਸੀਂ ਇਹ ਜਿਹੜਾ ਕਰਪਸ਼ਨ ਚੱਲ ਰਿਹਾ ਹੈ, ਜਿਹੜਾ ਬੱਚਿਆਂ ਨੂੰ ਫੀਸ ਨਹੀਂ ਭਰ ਪਾ ਰਹੇ, ਜਿਹੜੇ ਸਕੂਲ ਦੇ ਬੱਚੇ ਨੇ, ਹੈਲਥ ਸਿਸਟਮ ਖਰਾਬ ਹੋਇਆ ਹੈ, ਉਹਦੇ ਸੁਧਾਰ ਲਈ ਅੱਜ ਸਾਡਾ ਯੂਥ ਫੋਰ ਚੇਂਜ ਦਾ ਨਾਰਾ ਲੈ ਕੇ ਅਸੀਂ ਅੱਗੇ ਵਧਾਂਗੇ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ। ਤੇ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਬਹੁਤ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਲਾਸਟ ਇੱਕ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਾਣ ਤੋਂ ਪਹਿਲੇ ਤੁਸੀਂ ਆਪਣਾ ਨਾਮ, ਫੋਨ ਨੰਬਰ, ਈਮੇਲ, ਕਿਉਂਕਿ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਭਾਈ ਸਾਹਿਬ, ਔਰ ਤੁਹਾਡੇ ਸਹਿਯੋਗ ਤੋਂ ਬਿਨਾਂ ਅਸੀਂ ਬਿਲਕੁਲ ਕੁਝ ਨਹੀਂ ਕਰ ਸਕਦੇ। ਤੁਸੀਂ ਆਪਣਾ ਨਾਮ ਬਤਾ ਦਿਓ ਔਰ ਇਹਨੂੰ ਨਾ ਧਰਮ ਯੁੱਧ ਮੰਨੋ ਕਿ 4-5 ਮਹੀਨਿਆਂ ਦੇ ਅੰਦਰ ਕੋਈ ਬਹੁਤ ਵੱਡਾ ਜ਼ਿੰਦਗੀ ਦਾ ਅਰਸਾ ਨਹੀਂ ਹੁੰਦਾ। 4-5 ਮਹੀਨੇ ਪਤਾ ਵੀ ਨਹੀਂ ਚੱਲੇ। ਕਰੋਨਾ ਦੇ ਅੰਦਰ ਲੋਕ 6-6 ਮਹੀਨੇ ਘਰ ਬੈਠੇ ਹੋ ਗਏ। 5 ਮਹੀਨੇ ਆਪਣੀ ਕੌਮ ਨੂੰ ਦੇ ਦਿਓ। ਇਸ ਵਾਸਤੇ ਦੇ ਦਿਓ ਕਿਉਂਕਿ ਕੋਈ ਟਾਈਮ ਹੁੰਦਾ ਸੀ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣ ਵਾਸਤੇ ਦਿੱਲੀ ਦਾ ਇਨਕਮ ਟੈਕਸ ਕਮਿਸ਼ਨਰ ਫੋਨ ਕਰਦਾ ਹੁੰਦਾ ਸੀ। ਅੱਜ ਜਿਹਨੂੰ ਕਿੱਥੇ ਐਡਮਿਸ਼ਨ ਨਹੀਂ ਮਿਲਦੀ ਉਹਨੂੰ GHPS ਕਰਾ ਦਿਓ। ਉਹਨੂੰ ਬਦਲੋ, ਸਿਰਫ ਵੋਟ ਨਾ ਪਾਓ। ਜਦ ਕੱਲ ਆਪ ਜੀ ਦੇ ਆਸ਼ੀਰਵਾਦ ਨਾਲ ਇਹ ਬਦਲਾਵ ਸ਼ੁਰੂ ਹੁੰਦਾ ਹੈ, ਉਸ ਤੋਂ ਬਾਅਦ ਵੀ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੋਰ ਹੈ ਜੀ, ਸਾਡੇ ਜਨਰਲ ਸਕੱਤਰ ਸਰਦਾਰ ਤਜਿੰਦਰ ਸਿੰਘ ਨਲਵਾ ਜੀ ਨੇ ਸਾਰਿਆਂ ਦਾ ਇੰਟਰੋਡਕਸ਼ਨ ਦਿੱਤਾ, ਇਹਨਾਂ ਦਾ ਇੰਟਰੋਡਕਸ਼ਨ ਰਹਿ ਗਿਆ। ਇਹ ਇਮੀਗ੍ਰੇਸ਼ਨ ਲਾਅ ਦੇ ਵਿੱਚ ਵਰਲਡ 'ਚ ਦੂਸਰੇ ਨੰਬਰ 'ਤੇ ਨੇ ਔਰ ਬਹੁਤ ਪੜ੍ਹੇ PhD ਕੀਤੀ ਇਮੀਗ੍ਰੇਸ਼ਨ 'ਚ, PhD ਕੀਤੀ ਇਹਨਾਂ ਨੇ, PhD ਕੀਤੀ ਹੈ ਇਮੀਗ੍ਰੇਸ਼ਨ ਦੇ ਵਿੱਚ। ਔਰ 84 ਦੇ ਕੇਸ ਲੜੇ ਨੇ ਫੂਲਕਾ ਸਾਹਿਬ ਦੇ ਨਾਲ, ਬਹੁਤ 84 ਹੈਲਪ ਦੇ ਕੀਤੀ ਕੇਸ ਹੈ। ਫੁਲਕਾ ਸਾਹਿਬ ਦੇ ਨਾਲ ਲੜੇ ਨੇ। ਔਰ ਜਿੰਨਾ ਕੰਮ ਹੈ ਸਾਰਾ ਇਹਨਾਂ ਦੀ ਦੂਰ ਦ੍ਰਿਸ਼ਟੀ ਦੇ ਨਾਲ ਹੋ ਰਿਹਾ ਹੈ। ਇਹ ਜਿਹੜੀ ਕਮੇਟੀਆਂ ਬਣ ਰਹੀਆਂ ਨੇ, ਸਭ ਦੇ ਵਿੱਚ ਸਭ ਤੋਂ ਜ਼ਿਆਦਾ ਸਹਿਯੋਗ ਤਜਿੰਦਰ ਸਿੰਘ ਨਲਵਾ ਜੀ ਦਾ। ਅਸੀਂ ਇਹਨਾਂ ਦੇ ਕਮੇਟੀ ਪਾਸੋਂ ਬਹੁਤ ਧੰਨਵਾਦੀ ਹਾਂ। ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।